ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਰਸ ਯਰ ਸਟੱਡੀ ਬਿਕਮਸ ਈਜ਼ੀਅਰ। ਸੋ ਜਿਵੇਂ ਤੁਹਾਨੂੰ ਪਤਾ ਜੀ ਪੀਐਸ ਟੈਟ 2021 ਜਿਹੜਾ ਉਹ ਅਨਾਉਂਸ ਹੋ ਚੁੱਕੀ ਹੈ। 24 ਦਸੰਬਰ ਉਸ ਦੀ ਡੇਟ ਦੱਸੀ ਗਈ ਹੈ। ਅੱਜ ਤੋਂ ਪੂਰਾ ਜਿਹੜਾ ਇੱਕ ਮਹੀਨਾ ਆਪਾਂ ਨੂੰ ਮਿਲਣ ਵਾਲਾ ਹੈ ਪੀਐਸ ਟੈਟ ਦੀ ਪ੍ਰੈਪਰੇਸ਼ਨ ਦੇ ਲਈ। ਸੋ ਤੁਸੀਂ ਪਹਿਲਾਂ ਤੋਂ ਹੀ ਪ੍ਰੈਪਰੇਸ਼ਨ ਜਿਹੜੇ ਕੈਂਡੀਡੇਟਸ ਕਰ ਰਹੇ ਹੋਣਗੇ, ਹਰ ਇੱਕ ਕੈਂਡੀਡੇਟ ਜੋ ਵੀ ਇਸ ਦੇ ਲਈ ਐਲੀਜੀਬਲ ਹੈ ਜ਼ਰੂਰ ਇਸ ਦੀ ਤਿਆਰੀ ਕਰਕੇ ਪੇਪਰ ਦਿਓ। ਤੇ ਆਪਾਂ ਇਸ ਵੀਡੀਓ ਦੇ ਵਿੱਚ ਜਿਹੜਾ ਹੈ ਤੁਹਾਡੇ ਲਈ ਸਭ ਤੋਂ ਪਹਿਲਾਂ ਜਿਹੜੀ ਸਾਈਕੋਲੋਜੀ ਦੀ ਹੈ ਪ੍ਰੀਵੀਅਸ ਈਅਰ ਕੁਐਸਚਨਸ ਇੱਕ ਸੀਰੀਜ਼ ਲੈ ਕੇ ਆਏ ਹਾਂ, ਤਾਂ ਕਿ ਪ੍ਰੀਵੀਅਸ ਈਅਰ ਕੁਐਸਚਨਸ ਵੀ ਜਿਹੜੇ ਥੋੜੇ ਉਹ ਸੋਲਵ ਹੁੰਦੇ ਰਹਿਣ। ਪ੍ਰੀਵੀਅਸ ਈਅਰ ਅਗਰ ਤੁਸੀਂ ਸੋਲਵ ਕਰਦੇ ਹੋ ਤਾਂ ਤੁਹਾਨੂੰ ਇੱਕ ਕੌਨਫੀਡੈਂਸ ਆ ਜਾਂਦਾ ਪ੍ਰੀਵੀਅਸ ਈਅਰ ਕੁਐਸਚਨ ਸੋਲਵ ਕਰਨ ਦੇ ਨਾਲ, ਯਾਨੀ ਕਿ ਪ੍ਰੀਵੀਅਸ ਈਅਰ ਦੇ ਪੇਪਰ ਸੋਲਵ ਕਰਨ ਦੇ ਨਾਲ ਤੁਹਾਡੇ ਜਿਹੜੀ ਪ੍ਰੈਪਰੇਸ਼ਨ ਦੇ ਵਿੱਚ ਹੈ ਜਿਹੜੇ ਹੋਰ ਪਲੱਸ ਪੁਆਇੰਟ 10 ਪੁਆਇੰਟਸ ਤੱਕ ਪਲੱਸ ਹੋ ਸਕਦੇ ਹਨ, ਜਿਸ ਦੇ ਨਾਲ ਤੁਹਾਨੂੰ ਸਟਰਕਚਰ ਵੀ ਪਤਾ ਚੱਲਦਾ ਹੈ, ਕੁਐਸਚਨ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਉਹ ਪਤਾ ਚੱਲਦਾ ਹੈ। ਸੋ ਕਾਫੀ ਜ਼ਿਆਦਾ ਹੈਲਪ ਹੋਣ ਵਾਲੀ ਹੈ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਨੂੰ ਸੋਲਵ ਕਰਨ ਦੇ ਵਿੱਚ। ਸੋ ਪ੍ਰੀਵੀਅਸ ਈਅਰ ਕੁਐਸਚਨ ਦੀ ਸੀਰੀਜ਼ ਆਪਾਂ ਤੁਹਾਡੇ ਲਈ ਲੈ ਕੇ ਆਏ, ਜਿਹਦੇ ਵਿੱਚ ਆਪਾਂ ਤੁਹਾਨੂੰ ਸਾਰੇ ਹੀ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਇਹਦੇ ਵਿੱਚ ਸੋਲਵ ਕਰਵਾਵਾਂਗੇ। ਇਸ ਵੀਡੀਓ ਦੇ ਵਿੱਚ ਲਾਸਟ ਜੋ ਪੀਐਸ ਟੈਟ ਹੋਇਆ ਸੀ, ਜੋ 19 ਜਨਵਰੀ 2020 ਨੂੰ ਪੀਐਸ ਟੈਟ 2018 ਹੋਇਆ ਸੀ, ਉਹ ਲੈ ਕੇ ਆਏ ਹਾਂ, ਜਿਸ ਦੇ ਵਿੱਚ ਆਪਾਂ ਸਾਈਕੋਲੋਜੀ ਵਾਲਾ ਪਾਰਟ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸੋਲਵ ਕਰਾਂਗੇ, ਜਿਸ ਦੇ 30 ਕੁਐਸਚਨ ਪਹਿਲੇ 30 ਕੁਐਸਚਨ ਜਿਹੜੇ ਆ ਉਹ ਬਾਲ ਵਿਕਾਸ ਤੇ ਸਿੱਖਿਆ ਸ਼ਾਸਤਰ ਤੇ ਹੈ। ਪੂਰੀ ਵੀਡੀਓ ਤੁਹਾਨੂੰ ਬਾਇਲਿੰਗੁਅਲ ਮਿਲੇਗੀ, ਯਾਨੀ ਕਿ ਇੰਗਲਿਸ਼ ਔਰ ਪੰਜਾਬੀ ਦੋਹਾਂ ਦੇ ਵਿੱਚ ਮਿਲੇਗੀ। ਸਾਰੇ ਕੁਐਸਚਨ ਔਰ ਸਾਰੇ ਆਨਸਰ ਔਰ ਐਕਸਪਲੇਨੇਸ਼ਨ ਜਿਹੜੀ ਆ ਤੁਹਾਨੂੰ ਇੰਗਲਿਸ਼ ਪੰਜਾਬੀ ਦੋਹਾਂ ਦੇ ਵਿੱਚ ਮਿਲੇਗੀ। ਸੋ ਸ਼ੁਰੂ ਕਰਦੇ ਹਾਂ ਜੀ। ਆਈ ਹੋਪ ਤੁਹਾਡੇ ਲਈ ਇਹ ਜਿਹੜੀ ਸੀਰੀਜ਼ ਆ ਉਹ ਕਾਫੀ ਹੈਲਪਫੁਲ ਰਹਿਣ ਵਾਲੀ ਹੈ। ਬਾਕੀ ਇਹ ਕੁਐਸਚਨ ਪੇਪਰ ਔਰ ਇਸਦੇ ਆਨਸਰਸ ਜਿਹੜੇ ਆ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਤੋਂ ਵੀ ਲੈ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਤੁਸੀਂ ਉੱਥੋਂ ਹੀ ਸਾਰੀ ਪੀਡੀਐਫ ਤੇ ਇਸਦੇ ਆਨਸਰਸ ਜਿਹੜੇ ਆ ਉਹ ਡਾਊਨਲੋਡ ਕਰ ਸਕਦੇ ਹੋ। ਇਲਾਵਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਪ੍ਰੀਵੀਅਸ ਈਅਰ ਕੁਐਸਚਨਸ ਦੀ ਜਿਹੜੀ ਸੀਰੀਜ਼ ਹੈ ਉਹ ਸਾਰੇ ਤੱਕ ਪਹੁੰਚ ਸਕੇ ਤੇ ਪ੍ਰੀਵੀਅਸ ਈਅਰ ਕੁਐਸਚਨਸ ਜਿਹੜੇ ਆ ਉਹ ਹਰ ਇੱਕ ਕੈਂਡੀਡੇਟ ਜਿਹੜਾ ਸੋਲਵ ਕਰ ਸਕੇ। ਸੋ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚੇ। ਤਾਂ ਸ਼ੁਰੂ ਕਰਦੇ ਜੀ ਆਪਣੀ ਇਸ ਵੀਡੀਓ ਨੂੰ। ਪਾਸ ਇਹਦੇ ਵਿੱਚ ਆਉਂਦਾ ਹੈ ਸਾਈਕੋਲੋਜੀ ਦਾ ਪਾਰਟ। ਸੋ ਸਭ ਤੋਂ ਪਹਿਲਾਂ ਕੁਐਸਚਨ ਸੈਕਸ਼ਨ ਹੈ, ਆਪਾਂ ਇਹਦੇ ਵਿੱਚ ਸ਼ੁਰੂ ਕਰਦੇ ਹਾਂ। ਸੋ ਅਗਰ ਆਪਾਂ ਇਸ ਕੁਐਸਚਨ ਪੇਪਰ ਦਾ ਅਗਰ ਮੈਂ ਸੈੱਟ ਦੀ ਗੱਲ ਕਰਦਾ ਤਾਂ ਇਹ ਸੈੱਟ ਹੈਗਾ ਜੀ ਬੀ ਸੈੱਟ ਹੈ। ਸੋ ਇਸ ਵਿੱਚ ਪਹਿਲੇ ਨੰਬਰ ਤੇ ਕੁਐਸਚਨ ਹੈ, ਇਨ ਵਿਚ ਆਫ ਦ ਫੋਲੋਇੰਗ ਸਟੇजेस ਚਾਈਲਡ ਲੁਕਸ ਸੈਲਫ ਸੈਂਟਰਡ। ਸੋ ਆਪਸ਼ਨ ਹੈ ਜੀ, ਫਸਟ ਹੈਗਾ ਇਨਫੈਂਸੀ, ਸੈਕਿੰਡ ਹੈ ਅਰਲੀ ਚਾਈਲਡਹੁੱਡ, ਥਰਡ ਹੈ ਅਡੋਲਸੈਂਸ ਤੇ ਫੋਰਥ ਹੈ ਅਡਲਟਹੁੱਡ। ਪੰਜਾਬੀ ਦੇ ਵਿੱਚ ਸੇਮ ਕੁਐਸਚਨ ਹੈ, ਹੇਠ ਲਿਖੀਆਂ ਅਵਸਥਾਵਾਂ ਵਿੱਚੋਂ ਕਿਸ ਵਿੱਚ ਬੱਚਾ ਸਵੈ ਕੇਂਦਰਿਤ ਦਿਖਾਈ ਦਿੰਦਾ ਹੈ। ਪਹਿਲਾ ਆਪਸ਼ਨ ਬਚਪਨ, ਦੂਸਰਾ ਮੁੱਢਲੀ ਬਾਲ ਅਵਸਥਾ, ਤੀਸਰਾ ਕਿਸ਼ੋਰ ਅਵਸਥਾ ਤੇ ਚੌਥਾ ਬਾਲਗਪਨ। ਤੇ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਬੀ ਆਪਸ਼ਨ ਅਰਲੀ ਚਾਈਲਡਹੁੱਡ, ਯਾਨੀ ਕਿ ਮੁੱਢਲੀ ਬਾਲ ਅਵਸਥਾ। ਸੈਕਿੰਡ ਕੁਐਸਚਨ ਇਹਦੇ ਵਿੱਚ, ਦ ਮੋਸਟ ਇੰਪੋਰਟੈਂਟ ਕੁਆਲਿਟੀ ਆਫ ਐਨ ਇਫੈਕਟਿਵ ਟੀਚਰ ਇਜ਼। ਤਾਂ ਕਿਸੇ ਵੀ ਇਫੈਕਟਿਵ ਟੀਚਰ ਦੀ, ਵਧੀਆ ਟੀਚਰ ਦੀ ਕੁਆਲਿਟੀ ਜਿਹੜੀ ਹੈ ਮੋਸਟ ਇੰਪੋਰਟੈਂਟ ਕੁਆਲਿਟੀ, ਦੇਖੋ ਕੁਆਲਿਟੀ ਸਾਰੀਆਂ ਹੀ ਤੁਹਾਨੂੰ ਟੀਚਰ ਦੀਆਂ ਹੋਣਗੀਆਂ, ਲੇਕਿਨ ਆਪਾਂ ਕਿਹੜੀ ਦੱਸਣੀ ਹੈ ਇਹਦੇ ਵਿੱਚ ਮੋਸਟ ਇੰਪੋਰਟੈਂਟ ਕੁਆਲਿਟੀ ਦੱਸਣੀ ਹੈ। ਸੋ ਫਸਟ ਆਪਸ਼ਨ ਹੈ ਜੀ ਡੀਪ ਨੌਲੇਜ ਅਬਾਊਟ ਦ ਸਬਜੈਕਟ ਟੌਟ। ਜਿਹੜਾ ਵੀ ਸਬਜੈਕਟ ਪੜਾਉਂਦਾ ਉਹਦੀ ਉਹਨੂੰ ਡੀਪ ਨੌਲੇਜ ਹੋਣੀ ਚਾਹੀਦੀ ਆ। ਸਟ੍ਰਿਕਟ ਡਿਸਪਲਿਨੇਰੀਅਨ ਹੋਣਾ ਚਾਹੀਦਾ ਹੈ, ਯਾਨੀ ਕਿ ਡਿਸਪਲਿਨ ਦੇ ਵਿੱਚ ਰਹੇ, ਸਟ੍ਰਿਕਟਲੀ ਉਸਨੂੰ ਫੋਲੋ ਕਰਦਾ ਹੋਵੇ। ਗੁੱਡ ਰੈਪਰ ਵਿਦ ਦ ਸਟੂਡੈਂਟਸ ਨਾਲ ਉਹਦੀ ਵਧੀਆ ਜਿਹੜੀ ਉਹ ਬਣਦੀ ਹੋਵੇ, ਚੰਗਾ ਸੰਪਰਕ ਰੱਖਦਾ ਹੋਵੇ। ਅ ਗੁੱਡ ਮੋਟੀਵੇਟਰ, ਇੱਕ ਚੰਗਾ ਪ੍ਰੇਰਕ ਹੋਵੇ। ਸੋ ਇਹਦੇ ਵਿੱਚੋਂ ਕਿਹੜੀ ਮੋਸਟ ਇੰਪੋਰਟੈਂਟ ਕੁਆਲਿਟੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇੱਕ ਟੀਚਰ ਦੀ। ਸੋ ਉਹਦਾ ਆਪਸ਼ਨ ਹੈਗਾ ਜੀ ਰਾਈਟ, ਜਿਹੜਾ ਇਹਦੇ ਵਿੱਚ ਹੈ ਉਹ ਹੈਗਾ ਜੀ ਗੁੱਡ ਮੋਟੀਵੇਟਰ। ਕਿਉਂ ਇੱਕ ਗੁੱਡ ਮੋਟੀਵੇਟਰ ਹੋਣਾ ਚਾਹੀਦਾ, ਚੰਗਾ ਪ੍ਰੇਰਕ ਹੋਣਾ ਚਾਹੀਦਾ ਹੈ, ਬੱਚਿਆਂ ਨੂੰ ਜਿਹੜਾ ਮੋਟੀਵੇਟ ਕਰੇ ਇੱਕ ਚੰਗੇ ਰਸਤੇ ਤੇ ਪਾਉਣ ਲਈ, ਉਹਨਾਂ ਨੂੰ ਮੋਟੀਵੇਟ ਕਰੇ, ਉਹਨਾਂ ਨੂੰ ਪ੍ਰੇਰਨਾ ਦੇਵੇ। ਤੇ ਆਪਾਂ ਨੂੰ ਪਤਾ ਹੈ ਜੀ ਟੀਚਰ ਜਿਹੜਾ ਹੈਗਾ ਬੱਚਿਆਂ ਲਈ ਇੱਕ ਰੋਲ ਮਾਡਲ ਦੀ ਤਰ੍ਹਾਂ ਹੁੰਦਾ ਹੈ। ਸੋ ਅਗਰ ਟੀਚਰ ਜਿਸ ਤਰ੍ਹਾਂ ਦਾ ਵੀ ਕੰਮ ਕਰੇਗਾ, ਬੱਚੇ ਉਸੇ ਤਰ੍ਹਾਂ ਉਸਨੂੰ ਫੋਲੋ ਕਰਨਗੇ। ਪ੍ਰਭਾਵਸ਼ਾਲੀ ਅਧਿਆਪਕ ਦੀ ਮਹੱਤਵਪੂਰਨ ਗੁਣ ਜਿਹੜਾ ਇੱਥੇ ਮੰਨਿਆ ਗਿਆ। ਵਿਚ ਆਫ ਦ ਫੋਲੋਇੰਗ ਇਜ਼ ਨੋਟ ਦ ਟੂਲ ਫॉर ਫੋਰਮੇਟਿਵ ਅਸੈਸਮੈਂਟ ਇਨ ਦ ਸਕੋਲੈਸਟਿਕ ਡੋਮੇਨ। ਫਸਟ ਹੈ ਜੀ ਕਨਵਰਸੇਸ਼ਨ ਸਕਿੱਲ, ਸੈਕਿੰਡ ਮਲਟੀਪਲ ਚੋਇਸ ਕੁਐਸਚਨ, ਪ੍ਰੋਜੈਕਟਸ, ਓਰਲ ਕੁਐਸਚਨਸ। ਵਿਦਿਅਕ ਕਾਰਜ ਖੇਤਰ ਵਿੱਚ ਰੂਪਾਂਤਮਿਕ ਮੁਲਾਂਕਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਯੰਤਰ ਨਹੀਂ ਹੈ। ਪਹਿਲਾ ਗੱਲਬਾਤ ਹੁਨਰ, ਸੈਕਿੰਡ ਬਹੁਭਾਸ਼ੀ ਚੋਣ ਪ੍ਰਸ਼ਨ, ਤੀਸਰਾ ਪ੍ਰੋਜੈਕਟ, ਚੌਥਾ ਜ਼ਬਾਨੀ ਪ੍ਰਸ਼ਨ। ਦੇਖੋ ਫੋਰਮੇਟਿਵ ਅਸੈਸਮੈਂਟ ਉਹ ਹੁੰਦਾ ਜੀ ਜਿਹੜਾ ਡਿਊਰਿੰਗ ਦਾ ਪੂਰਾ ਕੋਰਸ ਜਿਹੜਾ ਚੱਲਦਾ, ਟੈਸਟ ਆਪਣੇ ਚੱਲਦੇ ਰਹਿੰਦੇ ਆ, ਜਿਹਨੂੰ ਇੰਟਰਨਲ ਅਸੈਸਮੈਂਟ ਦੇ ਲਈ ਤਰ੍ਹਾਂ ਦੇ ਟੈਸਟ ਜਿਹੜੇ ਬੱਚਿਆਂ ਦੇ ਲਏ ਜਾਂਦੇ ਆ ਅਲੱਗ-ਅਲੱਗ ਫਾਰਮੈਟ ਦੇ ਵਿੱਚ। ਸੋ ਉਹਨਾਂ ਦੀ ਗੱਲ ਕੀਤੀ ਹੈ ਕਿ ਇਹਨਾਂ ਵਿੱਚੋਂ ਕਿਹੜਾ ਹੈਗਾ ਜਿਹੜਾ ਫੋਰਮੇਟਿਵ ਅਸੈਸਮੈਂਟ ਦਾ ਡੋਮੇਨ ਹੈ ਉਹ ਨਹੀਂ ਹੈਗਾ, ਉਹਦੇ ਵਿੱਚ ਨਹੀਂ ਆਉਂਦਾ। ਸੋ ਇਸ ਦਾ ਰਾਈਟ ਆਪਸ਼ਨ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਉਹ ਹੈਗਾ ਜੀ ਸੀ, ਪ੍ਰੋਜੈਕਟ ਇਹਦੇ ਵਿੱਚ ਨਹੀਂ ਆਉਂਦਾ ਹੈ। ਫੋਰਥ ਕੁਐਸਚਨ, ਵਟ ਟਾਈਪ ਆਫ ਇਵੈਲੂਏਸ਼ਨ ਆਈਡੈਂਟੀਫਾਈਜ਼ ਲਰਨਿੰਗ ਡੈਫੀਸ਼ੀਐਂਸੀਜ਼ ਐਂਡ ਡਿਫਿਕਲਟੀਜ਼ ਆਫ ਦ ਲਰਨਰ। ਕਿਸ ਕਿਸਮ ਦਾ ਮੁਲਾਂਕਣ ਵਿਦਿਆਰਥੀਆਂ ਦੀਆਂ ਸਿੱਖਣ ਕਮੀਆਂ ਅਤੇ ਮੁਸ਼ਕਲਾਂ ਦੀ ਪਛਾਣ ਕਰਦਾ ਹੈ। ਫਸਟ ਹੈ ਜੀ ਪਲੇਸਮੈਂਟ, ਸੈਕਿੰਡ ਸਮੇਟਿਵ, ਥਰਡ ਕੰਟੀਨਿਊਸ, ਫੋਰਥ ਡਾਇਗਨੋਸਟਿਕ। ਤੇ ਇਹ ਤਾਂ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਡਾਇਗਨੋਸਟਿਕ ਮਤਲਬ ਡਾਇਗਨੋਸ ਕਰਨਾ, ਇੱਕ ਐਸਾ ਇਵੈਲੂਏਸ਼ਨ ਜਿਹਦੇ ਵਿੱਚ ਡਾਇਗਨੋਸ ਕੀਤਾ ਜਾਂਦਾ ਹੈ ਕਿ ਬੱਚੇ ਦੇ ਵਿੱਚ ਕਿਹੜੀ ਡੈਫੀਸ਼ੀਐਂਸੀਜ਼ ਹੈ, ਕਿਹੜੀ ਕਮੀਆਂ ਨੇ, ਕਿਹੜੀਆਂ ਨੂੰ ਮੁਸ਼ਕਿਲ ਆ ਰਹੀਆਂ ਨੇ, ਤੇ ਫਿਰ ਉਸਦੀ ਰੈਮੀਡੀਜ਼, ਉਸਦਾ ਜਿਹੜਾ ਹੱਲ ਹੈ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ। ਤਾਂ ਡਾਇਗਨੋਸਟਿਕ ਜਿਹੜਾ ਇਵੈਲੂਏਸ਼ਨ ਹੈ ਉਹ ਬੱਚਿਆਂ ਦੇ ਵਿੱਚ ਉਹਨਾਂ ਦੀ ਲਰਨਿੰਗ ਡਿਫੀਸ਼ੀਐਂਸੀਜ਼ ਤੇ ਡਿਫਿਕਲਟੀਜ਼ ਨੂੰ ਲੱਭਣ ਦੇ ਵਿੱਚ ਵਰਤਿਆ ਜਾਂਦਾ ਹੈ। ਸੋ ਇਹਦਾ ਆਂਸਰ ਆ ਜਾਏਗਾ ਜੀ ਫੋਰਥ ਡਾਇਗਨੋਸਟਿਕ। ਫਿਫਥ ਕੁਐਸਚਨ ਹੈ, ਵਿਚ ਇਜ਼ ਡਿਫਰੈਂਟ ਫਰੋਮ ਦ ਅਦਰ 3 ਵਿਦ ਰਿਸਪੈਕਟ ਟੂ ਫਾਈਨ ਮੋਟਰ ਮੂਵਮੈਂਟ। ਤਾਂ ਫਾਈਨ ਮੋਟਰ ਮੂਵਮੈਂਟ ਦੇ ਲਈ ਜਿਹੜੇ ਨੀਚੇ 4 ਆਪਸ਼ਨ ਦਿੱਤੇ ਹੋਏ ਆ ਜੀ, ਇਹਨਾਂ ਵਿੱਚੋਂ ਕਿਹੜਾ ਜਿਹੜਾ ਉਹਨਾਂ ਨਾਲੋਂ ਵੱਖਰਾ ਹੈ। ਸੋ ਵਧੀਆ ਗਤੀ ਵਾਹਕ ਗਤੀ ਦੇ ਸੰਬੰਧ ਵਿੱਚ ਕਿਹੜਾ ਇੱਕ ਬਾਕੀ ਤਿੰਨਾਂ ਨਾਲੋਂ ਵੱਖਰਾ ਹੈ। ਪਹਿਲਾ ਹੈ ਜੀ ਡੋਟ ਜੁਆਇਨਿੰਗ, ਦੂਸਰਾ ਹੈ ਡਿਕਟੇਸ਼ਨ, ਥਰਡ ਹੈ ਹੈਂਡ ਰਾਈਟਿੰਗ, ਫੋਰਥ ਹੈ ਸੈਪਰੇਸ਼ਨ ਆਫ ਫਰੂਟਸ ਐਂਡ ਵੈਜੀਟੇਬਲਸ। ਇਸ ਦਾ ਰਾਈਟ ਆਪਸ਼ਨ ਆ ਜਾਏਗਾ ਜੀ ਡੀ
ਸੈਪਰੇਸ਼ਨ ਆਫ ਫਰੂਟਸ ਐਂਡ ਵੈਜੀਟੇਬਲਸ। ਦੇਖੋ ਫਾਈਨ ਮੋਟਰ ਮੂਵਮੈਂਟਸ ਕਿਹੜੀਆਂ ਹੁੰਦੀਆਂ ਨੇ ਜਿਹਦੇ ਵਿੱਚ ਜਿਹੜੀਆਂ ਆਪਣੀਆਂ ਮਾਸਪੇਸ਼ੀਆਂ ਨੇ ਬਿਲਕੁਲ ਬਹੁਤ ਹੀ ਬਾਰੀਕ ਕੰਮ ਕਰਨ ਦੇ ਵਿੱਚ ਜਿਹੜਾ ਹੈ ਗੁੰਝਲਦਾਰ ਕੰਮ ਕਰਨ ਦੇ ਵਿੱਚ ਸਾਨੂੰ ਹੈਲਪ ਕਰਦੀਆਂ ਨੇ। ਉਹਦੇ ਵਿੱਚ ਆਪਾਂ ਨੂੰ ਇਹਨਾਂ ਚਾਰਾਂ ਵਿੱਚੋਂ ਜਿਹੜਾ ਆਪਾਂ ਨੂੰ ਅਲੱਗ ਕਰਨਾ ਸੀ ਡੋਟ ਜੁਆਇਨਿੰਗ। ਦੇਖੋ ਜਦੋਂ ਇੱਕ ਡੋਟ ਨੂੰ ਦੂਸਰੇ ਡੋਟ ਨਾਲ ਮਿਲਾਇਆ ਜਾਂਦਾ ਹੈ ਤਾਂ ਪੂਰਾ ਪੈਨਸਿਲ ਪਕੜ ਕੇ ਅੱਖ ਦਾ ਹੱਥ ਦੇ ਨਾਲ ਪੈਨਸਿਲ ਦੇ ਨਾਲ ਕੋਆਰਡੀਨੇਸ਼ਨ ਕਰਕੇ ਫਿਰ ਜਿਹੜਾ ਇੱਕ ਬੱਚਾ ਹੈ ਇੱਕ ਡੋਟ ਨੂੰ ਦੂਸਰੇ ਡੋਟ ਨਾਲ ਜੁਆਇਨ ਕਰੇਗਾ, ਯਾਨੀ ਕਿ ਇੱਕ ਲਕੀਰ ਜਿਹੜੀ ਆ ਉਹ ਮਾਰੇਗਾ। ਸੋ ਇਹ ਜਿਹੜਾ ਫਾਈਨ ਮੋਟਰ ਮੂਵਮੈਂਟ ਦੀ ਜਿਹੜੀ ਐਗਜ਼ਾਮਪਲ ਹੈ। ਡਿਕਟੇਸ਼ਨ ਕਰਨ ਲੱਗਿਆਂ ਵੀ ਜਿਹੜੀ ਫਾਈਨ ਮੋਟਰ ਮੂਵਮੈਂਟ ਜਿਹੜੀ ਹੈ ਯੂਜ਼ ਹੋਏਗੀ, ਬੋਲਣ ਲੱਗਿਆ, ਲਿਖਣ ਲੱਗਿਆਂ। ਇਸੇ ਤਰ੍ਹਾਂ ਹੈਂਡ ਰਾਈਟਿੰਗ ਤਾਂ ਹੈ ਹੀ ਜੀ, ਲਿਖਣ ਲੱਗਿਆ ਉਂਗਲਾਂ ਦੀ ਮਾਸਪੇਸ਼ੀ, ਅੱਖ ਦਾ ਹੱਥ ਨਾਲ ਪੈਨਸਿਲ ਨਾਲ ਕੋਆਰਡੀਨੇਸ਼ਨ, ਫਿਰ ਉਹੀ ਗੱਲ ਆ ਜਾਂਦੀ ਹੈ। ਅਤੇ ਸੈਪਰੇਸ਼ਨ ਆਫ ਫਰੂਟ ਨੂੰ ਪੂਰਾ ਹੱਥ ਦਾ ਯੂਜ਼ ਕਰਕੇ ਜਦੋਂ ਆਪਾਂ ਇੱਕ ਫਰੂਟ ਦੂਸਰੇ ਫਰੂਟ ਤੋਂ ਅਲੱਗ ਕਰਕੇ ਰੱਖਦੇ ਹਾਂ ਤਾਂ ਉਹਦੇ ਵਿੱਚ ਪੂਰਾ ਦਾ ਪੂਰਾ ਇੱਕ ਹੱਥ ਯੂਜ਼ ਕਰਦੇ ਹਾਂ। ਉਹਦੇ ਵਿੱਚ ਅੱਗੇ ਜਿਹੜਾ ਹੈ ਆਪਾਂ ਉਂਗਲਾਂ ਬਾਰੀਕ ਕੰਮ ਕਰਨ ਲਈ ਜਿਹੜਾ ਫਾਈਨ ਮੋਟਰ ਮੂਵਮੈਂਟ ਯੂਜ਼ ਨਹੀਂ ਕਰਦੇ। ਇਹਦੇ ਵਿੱਚ ਗ੍ਰੋਸ ਮੋਟਰ ਮੂਵਮੈਂਟ ਜਿਹੜੀ ਉਹ ਯੂਜ਼ ਹੁੰਦੀ ਹੈ। ਸੋ ਡੀ ਆਪਸ਼ਨ ਜਿਹੜਾ ਉਹ ਇਸ ਦੇ ਵਿੱਚੋਂ ਅਲੱਗ ਦਾ ਹੈਗਾ। ਆਪਣੇ ਕੋਲ ਆ ਜਾਂਦਾ ਦਾ ਫੀਲਡ ਆਫ ਸਟੱਡੀ ਕੰਸਰਨ ਵਿਦ ਦਾ ਕੰਸਟਰਕਸ਼ਨ ਆਫ ਥੋਟ ਪ੍ਰੋਸੈਸ ਇਨਕਲੂਡਿੰਗ ਰਿਮੈਂਬਰਿੰਗ, ਪ੍ਰੋਬਲਮ ਸੋਲਵਿੰਗ ਐਂਡ ਡਿਸੀਜ਼ਨ ਮੇਕਿੰਗ ਇਜ਼ ਕੋਲਡ। ਸੋ ਇਹਦਾ ਕੁਐਸਚਨ ਹੈ ਜੀ, ਯਾਦ ਕਰਨ, ਸਮੱਸਿਆ ਹੱਲ ਕਰਨ ਅਤੇ ਨਿਰਣਾ ਨਿਰਮਾਣ ਨੂੰ ਸ਼ਾਮਿਲ ਕਰਕੇ ਅਧਿਐਨ ਦਾ ਖੇਤਰ ਚਿੰਤਨ ਪ੍ਰਕਿਰਿਆਵਾਂ ਦੇ ਨਿਰਮਾਣ ਨਾਲ ਸੰਬੰਧਿਤ ਹੈ ਨੂੰ ਕੀ ਕਿਹਾ ਜਾਂਦਾ ਹੈ? ਪੈਰਾਗੋਜੀ, ਐਜੂਕੇਸ਼ਨ, ਐਪਿਸਟੇਮੋਲੋਜੀ, ਕੋਗਨੇਟਿਵ ਡਿਵੈਲਪਮੈਂਟ। ਤਾਂ ਆਪਾਂ ਨੂੰ ਪਤਾ ਹੈ ਜੀ ਐਸਾ ਫੀਲਡ ਆਫ ਸਟੱਡੀ, ਇੱਕ ਐਸਾ ਅਧਿਐਨ ਦਾ ਜਿਹੜਾ ਖੇਤਰ ਹੈ ਜੋ ਕਿਸ ਨਾਲ ਰਿਲੇਟਡ ਹੈਗਾ? ਕੰਸਟਰਕਸ਼ਨ ਆਫ ਥੋਟ ਪ੍ਰੋਸੈਸ, ਜਿਹਦੇ ਵਿੱਚ ਥੋਟ ਪ੍ਰੋਸੈਸ, ਤੁਹਾਡਾ ਚਿੰਤਨ ਜਿਹੜਾ ਉਹ ਡਿਵੈਲਪ ਹੁੰਦਾ, ਕ੍ਰੀਏਟ ਕੀਤਾ ਜਾਂਦਾ, ਕੰਸਟਰਕਟ ਕੀਤਾ ਜਾਂਦਾ। ਯਾਦ ਕਰਨਾ, ਪ੍ਰੋਬਲਮ ਨੂੰ ਸੋਲਵ ਕਰਨਾ, ਸਾਰਾ ਦਿਮਾਗ ਨਾਲ ਰਿਲੇਟਡ ਹੈਗਾ ਜੀ, ਦਿਮਾਗੀ ਕੰਮ ਹੋ ਗਿਆ। ਪ੍ਰੋਬਲਮ ਨੂੰ ਸੋਲਵ ਕਰਨਾ, ਡਿਸੀਜ਼ਨ ਲੈਣਾ। ਸੋ ਇਹ ਸਾਰੀ ਚੀਜ਼ਾਂ ਕਿਹੜੀ ਡੋਮੇਨ ਨਾਲ, ਸਾਰੀ ਚੀਜ਼ਾਂ ਦੇ ਜਿਹੜਾ ਖੇਤਰ ਹੈ ਉਸਨੂੰ ਆਪਾਂ ਕੀ ਕਹਿੰਦੇ ਹਾਂ ਜੀ? ਉਹਨੂੰ ਆਪਾਂ ਕਹਿੰਦੇ ਹਾਂ ਕੋਗਨੇਟਿਵ ਡਿਵੈਲਪਮੈਂਟ। ਡੀ ਪਾਰਟ ਆ ਜਾਂਦਾ ਹੈ। ਜੋ ਵੀ ਜਿਹੜੇ ਵੀ ਕੰਮ ਹੈ ਜੀ ਦਿਮਾਗੀ ਨਾਲ ਰਿਲੇਟਡ ਹੈਗਾ, ਦਿਮਾਗ ਦੇ ਨਾਲ ਰਿਲੇਟਡ ਹੈ, ਚਾਹੇ ਉਹ ਯਾਦ ਕਰਨਾ ਹੋਵੇ ਜਾਂ ਫਿਰ ਡਿਸੀਜ਼ਨ ਲੈਣੇ ਹੋਣ, ਪ੍ਰੋਬਲਮ ਸੋਲਵ ਕਰਨਾ ਹੋਵੇ, ਤਾਂ ਉਹ ਸਾਰਾ ਕੋਗਨੇਟਿਵ ਡਿਵੈਲਪਮੈਂਟ ਦੇ ਅੰਡਰ ਆ ਜਾਂਦਾ। ਸੋ ਇਹਦਾ ਆਪਸ਼ਨ ਬਣ ਜਾਏਗਾ ਡੀ। 7th ਕੁਐਸਚਨ ਆਪਣੇ ਕੋਲ ਆ ਜਾਂਦਾ, ਦਾ ਮੋਰ ਓਫਨ ਅ ਪਰਟੀਕੂਲਰ ਐਬਿਲਿਟੀ ਇਜ਼ ਯੂਜ਼ਡ ਦ ਡੈਸ਼ ਇਟ ਬਿਕਮਸ। ਤਾਂ 7th ਕੁਐਸਚਨ ਆਪਣੇ ਕੋਲ ਕਿ ਇੱਕ ਵਿਸ਼ੇਸ਼ ਯੋਗਤਾ ਜ਼ਿਆਦਾਤਰ ਵਿੱਚ ਵਰਤੀ ਜਾਂਦੀ ਹੈ, ਇਹ ਡੈਸ਼ ਬਣ ਜਾਂਦੀ ਹੈ। ਕੋਈ ਐਸੀ ਯੋਗਤਾ ਜਿਸ ਨੂੰ ਆਪਾਂ ਜਿੰਨਾ ਜ਼ਿਆਦਾ ਯੂਜ਼ ਕਰਦੇ ਜਾਵਾਂਗੇ ਉਹ ਕੀ ਬਣ ਜਾਏਗੀ? ਵੀਕਰ, ਸਟਰੋਂਗਰ, ਲੈਸ ਇੰਪੋਰਟੈਂਟ, ਮੋਰ ਇੰਪੋਰਟੈਂਟ। ਤਾਂ ਬਹੁਤ ਹੀ ਈਜ਼ੀ ਕੁਐਸਚਨ ਹੈਗਾ ਜੀ, ਇਸਦਾ ਆਂਸਰ ਹੈਗਾ ਬੀ ਆਪਸ਼ਨ, ਸਟਰੋਂਗਰ। ਕਿਸੇ ਵੀ ਯੋਗਤਾ ਨੂੰ ਅਸੀਂ ਜਿੰਨੀ ਜ਼ਿਆਦਾ ਯੂਜ਼ ਕਰਦੇ ਜਾਵਾਂਗੇ ਉਨਾ ਜ਼ਿਆਦਾ ਉਹ ਤਾਕਤਵਰ ਬਣਦੀ ਜਾਏਗੀ। 8th ਕੁਐਸਚਨ ਆ ਜਾਂਦਾ, ਚਿਲਡਰਨ ਆਰ ਯੂਜ਼ਲੀ ਈਗੋਸੈਂਟਰਿਕ ਡਿਊਰਿੰਗ ਡੈਸ਼ ਐਂਡ ਡੈਸ਼ ਸਟੇਜਿਸ। ਤਾਂ ਚਿਲਡਰਨ ਨੇ ਜਿਹੜੇ ਯਾਨੀ ਕਿ ਬੱਚੇ ਨੇ ਉਹ ਕਿਹੜੀਆਂ ਦੋ ਅਵਸਥਾਵਾਂ ਦੇ ਦੌਰਾਨ ਆਮ ਤੌਰ 'ਤੇ ਹਿਊਮੇ ਕੇਂਦਰਿਤ ਹੁੰਦੇ ਹਨ, ਈਗੋਸੈਂਟਰਿਕ ਹੁੰਦੇ ਹਨ, ਯਾਨੀ ਕਿ ਉਹ ਉਹਨਾਂ ਦਾ ਪੂਰਾ ਜਿਹੜਾ ਦੁਨੀਆ ਉਹ ਆਪਣੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ। ਤਾਂ ਪਹਿਲੀ ਹੈਗੀ ਹੈ ਜੀ, ਇਹਨਾਂ ਨੇ ਦੱਸੀ ਹੈ ਸੈਂਸਰੀ ਮੋਟਰ ਤੇ ਪ੍ਰੀ ਓਪਰੇਸ਼ਨਲ। ਬੀ ਆਪਸ਼ਨ ਫਾਰਮਲ ਓਪਰੇਸ਼ਨਲ ਸੈਂਸਰੀ ਮੋਟਰ। ਸੀ ਪ੍ਰੀ ਓਪਰੇਸ਼ਨਲ ਕੰਕਰੀਟ ਓਪਰੇਸ਼ਨਲ। ਡੀ ਕੰਕਰੀਟ ਓਪਰੇਸ਼ਨਲ ਫਾਰਮਲ ਓਪਰੇਸ਼ਨ। ਤੁਸੀਂ ਪੰਜਾਬੀ 'ਚ ਵੀ ਸੁਣ ਸਕਦੇ ਹੋ। ਇਹ ਆਪਸ਼ਨ ਹੈ ਸੰਵੇਦੀ ਗਤੀਆਤਮਕ ਪੂਰਵ ਕਿਰਿਆ ਪ੍ਰਣਾਲੀ। ਬੀ ਆਪਸ਼ਨ ਰਸਮੀ ਕਿਰਿਆ ਪ੍ਰਣਾਲੀ ਸੰਵੇਦੀ ਗਤੀਆਤਮਕ। ਸੀ ਆਪਸ਼ਨ ਪੂਰਵ ਕਿਰਿਆ ਪ੍ਰਣਾਲੀ ਸਥੂਲ ਕਿਰਿਆ ਪ੍ਰਣਾਲੀ। ਡੀ ਆਪਸ਼ਨ ਸਥੂਲ ਕਿਰਿਆ ਪ੍ਰਣਾਲੀ ਰਸਮੀ ਕਿਰਿਆ ਪ੍ਰਣਾਲੀ। ਸੋ ਇਸਦਾ ਜੋ ਰਾਈਟ ਆਪਸ਼ਨ ਹੈ ਉਹ ਆਏਗਾ ਜੀ ਏ ਆਪਸ਼ਨ ਆਏਗਾ, ਸੈਂਸਰੀ ਮੋਟਰ ਤੇ ਪ੍ਰੀ ਓਪਰੇਸ਼ਨਲ। ਇਹ ਦੋ ਜਿਹੜੀਆਂ ਨੇ ਪਹਿਲੀਆਂ ਦੋ ਸਟੇਜਿਸ ਹੈਗੇ ਨੇ ਜੋ ਪਿਆਜੇ ਨੇ ਵੀ ਦੱਸੀਆਂ ਨੇ, ਸੈਂਸਰੀ ਮੋਟਰ ਜਿਹੜੇ ਪ੍ਰੀ ਓਪਰੇਸ਼ਨਲ ਸਟੇਜਿਸ ਹੈਗੇ ਨੇ। ਇਸ 'ਤੇ ਜਿਹੜਾ ਬੱਚਾ ਹੁੰਦਾ ਉਹ ਈਗੋਸੈਂਟਰਿਕ ਹੁੰਦਾ, ਉਸਦੀ ਪੂਰੀ ਦੁਨੀਆ ਜਿਹੜੀ ਉਹ ਆਪਣੇ ਦੁਆਲੇ ਹੀ ਘੁੰਮਦੀ, ਉਹ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ। ਸੋ ਜੋ ਵੀ ਪਿਆਜੇ ਨੇ 4 ਸਟੇਜਿਸ ਦੱਸੀਆਂ ਉਹਦੇ ਵਿੱਚ ਪਹਿਲੀਆਂ 2 ਸਟੇਜਿਸ ਹੈਗੇ ਨੇ ਜੀ ਸੈਂਸਰੀ ਮੋਟਰ ਤੇ ਪ੍ਰੀ ਓਪਰੇਸ਼ਨਲ ਸਟੇਜਿਸ। 9th ਆਪਣੇ ਪਾਸ ਆ ਜਾਂਦਾ ਹੈ, ਵਿਚ ਕਲਾਸ ਆਫ ਲਰਨਰਸ ਆਰ ਨੋਟ ਇਨਕਲੂਡਡ ਅੰਡਰ ਐਕਸੈਪਸ਼ਨਲ ਕੈਟੇਗਰੀ। ਐਕਸੈਪਸ਼ਨਲ ਕੈਟੇਗਰੀ ਦੇ ਅੰਦਰ ਜਿਹੜੇ ਹੈ ਕਿਹੜੇ ਲਰਨਰਸ ਜਿਹੜੇ ਉਹ ਨਹੀਂ ਆਉਂਦੇ? ਫਸਟ ਆਪਸ਼ਨ ਹੈ ਜੀ ਸਲੋ, ਸੈਕਿੰਡ ਹੈ ਰਿਟਾਰਡਡ, ਸੀ ਹੈ ਨੋਰਮਲ, ਡੀ ਹੈ ਗਿਫਟਡ। ਤਾਂ ਐਕਸੈਪਸ਼ਨਲ ਕੈਟੇਗਰੀ, ਐਕਸੈਪਸ਼ਨ ਦਾ ਮਤਲਬ ਹੀ ਕੀ ਹੁੰਦਾ ਜੀ? ਐਕਸੈਪਸ਼ਨਲ ਦਾ ਮਤਲਬ ਹੁੰਦਾ ਅਸਧਾਰਨ ਸ਼੍ਰੇਣੀ। ਤਾਂ ਅਸਧਾਰਨ ਸ਼੍ਰੇਣੀ 'ਚ ਕੌਣ ਨਹੀਂ ਆਏਗਾ? ਸੁਸਤ, ਦਿਮਾਗੀ ਤੌਰ 'ਤੇ ਘੱਟ ਵਿਕਸਿਤ, ਸਧਾਰਨ ਜਾਂ ਗੁਣਵਾਨ। ਤਾਂ ਬਿਲਕੁਲ ਜਿਹੜੇ ਸਟੂਡੈਂਟਸ ਹੁੰਦੇ ਆ ਜੀ ਉਹ ਐਕਸੈਪਸ਼ਨਲ ਕੈਟੇਗਰੀ ਦੇ ਵਿੱਚ ਨਹੀਂ ਆਉਂਦੇ। ਅਸਧਾਰਨ ਜਾਂ ਤਾਂ ਬਹੁਤ ਹੀ ਤੇਜ਼ ਦਿਮਾਗ ਵਾਲੇ ਹੋਣਗੇ ਜਾਂ ਫਿਰ ਸੁਸਤ ਹੋਣਗੇ, ਪਰ ਜਿਹੜਾ ਨੋਰਮਲ ਕੈਂਡੀਡੇਟ ਹੈ, ਸਧਾਰਨ ਜਿਹੜਾ ਸਟੂਡੈਂਟ ਹੈ, ਉਹ ਐਕਸੈਪਸ਼ਨਲ ਕੈਟੇਗਰੀ ਦੇ ਵਿੱਚ ਨਹੀਂ ਆਏਗਾ। 10th ਕੁਐਸਚਨ ਹੈਗਾ, ਦ ਮੋਰ ਪਾਰਟਸ ਆਫ ਯੂਅਰ ਬ੍ਰੇਨ ਯੂ ਯੂਜ਼ ਦ ਮੋਰ ਲਾਈਕਲੀ ਯੂ ਆਰ ਟੂ ਡੈਸ਼ ਇਨਫੋਰਮੇਸ਼ਨ। ਤੁਸੀਂ ਆਪਣੇ ਦਿਮਾਗ ਦੇ ਜਿੰਨੇ ਜ਼ਿਆਦਾ ਭਾਗ ਵਰਤਦੇ ਹੋ ਉਨੀ ਜ਼ਿਆਦਾ ਸੂਚਨਾ ਡੈਸ਼ ਕਰਦੇ ਹੋ, ਯੂਜ਼ ਕਰਦੇ ਹੋ, ਮਿਸ ਕਰਦੇ ਹੋ, ਰਿਟੇਨ ਕਰਦੇ ਹੋ ਜਾਂ ਮਿਸਯੂਜ਼ ਕਰਦੇ ਹੋ। ਦੇਖੋ ਯੂਜ਼ ਦਾ ਮਤਲਬ ਇਹ ਉਨੀ ਜ਼ਿਆਦਾ ਤੁਸੀਂ ਸੂਚਨਾ ਵਰਤੋਂ ਵਿੱਚ ਲੈ ਕੇ ਆਉਂਗੇ ਜਾਂ ਫਿਰ ਉਨੀ ਜ਼ਿਆਦਾ ਸੂਚਨਾ ਤੁਸੀਂ ਮਿਸ ਕਰ ਦੋਗੇ, ਗਲਤ ਕਰ ਦੋਗੇ, ਜਾਂ ਯਾਦ ਰੱਖੋਗੇ। ਰਿਟੇਨ ਦਾ ਮਤਲਬ ਹੁੰਦਾ ਯਾਦ ਰੱਖਣਾ, ਜਾਂ ਫਿਰ ਤੁਸੀਂ ਮਿਸਯੂਜ਼ ਕਰੋਗੇ ਯਾਨੀ ਕਿ ਉਹਦੀ ਦੁਰਵਰਤੋਂ ਕਰੋਗੇ। ਤਾਂ ਓਬਵੀਅਸਲੀ ਜਿੰਨੀ ਜ਼ਿਆਦਾ ਅਸੀਂ ਆਪਣੇ ਦਿਮਾਗ ਦੇ ਜਿੰਨੇ ਭਾਗਾਂ ਦਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਾਂਗੇ ਉਨੀ ਜ਼ਿਆਦਾ ਇਨਫੋਰਮੇਸ਼ਨ ਅਸੀਂ ਯਾਦ ਰੱਖ ਸਕਾਂਗੇ, ਰਿਟੇਨ ਰੱਖ ਸਕਾਂਗੇ। ਸੋ 10th ਦਾ ਆਪਸ਼ਨ ਆ ਜਾਏਗਾ ਸੀ। ਨੈਕਸਟ ਹੈ 11th ਕੁਐਸਚਨ, we calculate average marks of a student in the way as we calculate। ਫਸਟ ਹੈ ਜੀ ਵੇਰੀਐਂਸ, ਸੈਕਿੰਡ ਹੈ ਅਰਥਮੈਟਿਕ ਮੀਨ, ਥਰਡ ਹੈ ਜਿਓਮੈਟ੍ਰਿਕ ਮੀਨ, ਫੋਰਥ ਹੈ ਸਟੈਂਡਰਡ ਡੇਵੀਏਸ਼ਨ। ਅਸੀਂ ਇੱਕ ਵਿਦਿਆਰਥੀ ਦੇ ਔਸਤ ਅੰਕਾਂ ਦਾ ਹਿਸਾਬ ਲਾਉਂਦੇ ਹਾਂ
ਜਿਸ ਤਰੀਕੇ ਨਾਲ ਅਸੀਂ ਹਿਸਾਬ ਲਾਉਂਦੇ ਹਾਂ ਉਸਨੂੰ ਅਸੀਂ ਕੀ ਕਹਿੰਦੇ ਹਾਂ? ਪਹਿਲਾ ਹੈ ਵਿਭਿੰਨਤਾ, ਸੈਕਿੰਡ ਹੈ ਗਣਿਤੀ ਔਸਤ, ਥਰਡ ਹੈ ਰੇਖਾ ਗਣਿਤੀ ਔਸਤ ਤੇ ਡੀ ਆਪਸ਼ਨ ਹੈ ਪਰਿਮਾਪ ਵਿਚਲਨ। ਤਾਂ ਇਹਦਾ ਰਾਈਟ ਆਪਸ਼ਨ ਕਿਹੜਾ ਹੋਏਗਾ ਜੀ? ਇਸਦਾ ਰਾਈਟ ਆਪਸ਼ਨ ਹੋਏਗਾ ਆਪਸ਼ਨ ਬੀ ਅਰਥਮੈਟਿਕ ਮੀਨ ਯਾਨੀ ਕਿ ਗਣਿਤੀ ਔਸਤ। ਵੀ ਅਸੀਂ ਔਸਤ ਅੰਕ ਯਾਨੀ ਕਿ ਆਪਾਂ ਨੇ ਜਦੋਂ ਐਵਰੇਜ ਨਿਕਾਲਣਾ ਹੁੰਦਾ ਤਾਂ ਆਪਾਂ ਮੀਨ ਨਿਕਾਲਦੇ ਹਾਂ, ਉਹਨਾਂ ਸਾਰੇ ਆਬਜ਼ਰਵੇਸ਼ਨ ਦਾ ਆਈਟਮਸ ਆਪਾਂ ਮੀਨ ਨਿਕਾਲਦੇ ਹਾਂ। ਸੋ ਇਸਦਾ ਰਾਈਟ ਆਪਸ਼ਨ ਆ ਜਾਏਗਾ ਅਰਥਮੈਟਿਕ ਮੀਨ। 12th ਆਪਣੇ ਪਾਸ ਕੁਐਸਚਨ ਆ ਜਾਂਦਾ ਟੋਏ ਏਜ ਰੈਫਰਸ ਟੂ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਜਿਹੜਾ ਪੀਐਸ ਟੈਟ ਦੇ ਜਾਂ ਸੀ ਟੈਟ ਦੇ ਵਿੱਚ ਇਹਨਾਂ ਨੂੰ ਪੁੱਛਿਆ ਗਿਆ ਕਿ ਟੋਏ ਏਜ ਕਿਸ ਨੂੰ ਕਿਹਾ ਜਾਂਦਾ ਹੈ। ਫਸਟ ਇਹਨਾਂ ਨੇ ਆਪਸ਼ਨ ਦਿੱਤੀ ਹੈ ਜੀ ਅਰਲੀ ਚਾਈਲਡਹੁੱਡ, ਸੈਕਿੰਡ ਹੈ ਲੇਟ ਚਾਈਲਡਹੁੱਡ, ਥਰਡ ਹੈ ਬੇਬੀਹੁੱਡ ਤੇ ਡੀ ਹੈਗਾ ਜੀ ਆਲ ਆਫ ਦਿਸ। ਪੰਜਾਬੀ ਵਿੱਚ ਤੁਸੀਂ ਸੁਣ ਲਓ, ਖੇਡ ਉਮਰ ਸੰਬੰਧਿਤ ਹੈ ਮੁੱਢਲਾ ਬਚਪਨ, ਉੱਤਰ ਬਚਪਨ, ਬਾਲ ਅਵਸਥਾ ਜਾਂ ਇਹ ਸਾਰੇ। ਸੋ ਇਸਦਾ ਰਾਈਟ ਆਪਸ਼ਨ ਜਿਹੜਾ ਇਹਨਾਂ ਲਿੱਤਾ ਜੀ ਉਹ ਹੈਗਾ ਅਰਲੀ ਚਾਈਲਡਹੁੱਡ। ਇਹ ਆਪਸ਼ਨ ਅਰਲੀ ਚਾਈਲਡਹੁੱਡ ਯਾਨੀ ਕਿ ਮੁੱਢਲਾ ਬਚਪਨ ਨੂੰ ਹੀ ਟੋਏ ਏਜ ਕਿਹਾ ਗਿਆ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਐਪਰੋਪ੍ਰੀਏਟ ਟੂ ਮੋਟੀਵੇਸ਼ਨ ਐਜ਼ ਅ ਪ੍ਰੋਸੈਸ। ਤਾਂ ਇਹਨਾਂ ਨੇ ਬੋਲਿਆ ਜੀ 13th ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਇੱਕ ਪ੍ਰਕਿਰਿਆ ਦੇ ਤੌਰ ਤੇ ਪ੍ਰੇਰਨਾ ਲਈ ਢੁਕਵਾਂ ਨਹੀਂ ਹੈ, ਯਾਨੀ ਕਿ ਮੋਟੀਵੇਸ਼ਨ ਦੇਣ ਲਈ ਢੁਕਵਾਂ ਨਹੀਂ ਹੈ। ਫਸਟ ਆਪਸ਼ਨ ਹੈ ਜੀ ਇਟ ਕੋਜ਼ਿਜ਼ ਅ ਪਰਸਨ ਟੂ ਮੂਵ ਟੂਵਰਡਸ ਅ ਗੋਲ। ਇੱਕ ਟੀਚੇ ਪ੍ਰਤੀ ਇੱਕ ਵਿਅਕਤੀ ਦੇ ਚੱਲਣ ਦਾ ਕਾਰਨ ਬਣਦਾ ਹੈ। ਇਟ ਸੈਟਿਸਫਾਈਜ਼ ਦਾ ਪਰਸਨਸ ਬਾਇਓਲੋਜੀਕਲ ਨੀਡਸ। ਇਹ ਵਿਅਕਤੀ ਦੀਆਂ ਜੀਵ ਵਿਗਿਆਨਕ ਲੋੜਾਂ ਨੂੰ ਸੰਤੁਸ਼ਟ ਕਰਦਾ ਹੈ। ਇਟ ਹੈਲਪਸ ਇਨ ਅਚੀਵਿੰਗ ਅ ਸਾਈਕੋਲੋਜੀਕਲ ਐਂਬੀਸ਼ਨ। ਇਹ ਇੱਕ ਮਨੋਵਿਗਿਆਨਕ ਲਾਲਸਾ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਟ ਕੀਪਸ ਅਵੇ ਫਰੋਮ ਐਨ ਅਨਪਲੇਜ਼ੈਂਟ ਸਿਚੁਏਸ਼ਨ। ਇਹ ਅਣਸੁਖਾਵੀਂ ਸਥਿਤੀ ਤੋਂ ਦੂਰ ਰੱਖਦਾ ਹੈ। ਸੋ 13th ਦਾ ਜੋ ਰਾਈਟ ਆਪਸ਼ਨ ਆਏਗਾ ਜੀ ਉਹ ਆਏਗਾ ਆਪਣੇ ਪਾਸ ਡੀ, ਇਟ ਕੀਪਸ ਅਵੇ ਫਰੋਮ ਐਨ ਅਨਪਲੇਜ਼ੈਂਟ ਸਿਚੁਏਸ਼ਨ। ਪ੍ਰੇਰਨਾ ਜਿਹੜੀ ਹੈ ਉਹ ਇੱਕ ਅਣਸੁਖਾਵੀਂ ਸਥਿਤੀ ਤੋਂ ਦੂਰ ਰੱਖਦੀ ਹੈ। ਇਹ ਕਥਨ ਬਿਲਕੁਲ ਸਹੀ ਨਹੀਂ ਹੈ। ਕੋਈ ਵੀ ਪ੍ਰੇਰਨਾ ਸਾਨੂੰ ਅਣਸੁਖਾਵੀਂ ਸਥਿਤੀ ਤੋਂ ਦੂਰ ਨਹੀਂ ਰੱਖਦੀ, ਲੇਕਿਨ ਅਣਸੁਖਾਵੀਂ ਸਥਿਤੀ ਤੋਂ ਉਸ ਨਾਲ ਕਿਵੇਂ ਲੜਨਾ ਹੈ, ਉਸਦੇ ਵਿੱਚੋਂ ਕਿਵੇਂ ਨਿਕਲਣਾ ਹੈ, ਉਸ ਨੂੰ ਪਾਰ ਕਿਵੇਂ ਕਰਨਾ ਹੈ, ਉਸਦੇ ਬਾਰੇ ਪ੍ਰੇਰਨਾ ਦੇ ਸਕਦੀ ਹੈ, ਲੇਕਿਨ ਉਸ ਤੋਂ ਦੂਰ ਨਹੀਂ ਰੱਖਦੀ ਹੈ। ਸੋ ਅਣਸੁਖਾਵੀਂ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ, ਸਥਿਤੀ ਕਿਸੇ ਨੂੰ ਵੀ ਦੇਖਣੀ ਪੈ ਸਕਦੀ ਹੈ, ਲੇਕਿਨ ਪ੍ਰੇਰਨਾ ਜਿਹੜੀ ਹੈ ਉਹਦੇ ਵਿੱਚੋਂ ਨਿਕਲਣ ਦੀ, ਉਹਦੇ ਵਿੱਚੋਂ ਸੋਲਿਊਸ਼ਨਸ ਲੱਭਣ ਦੀ ਜਿਹੜੀ ਸਾਨੂੰ ਪ੍ਰੇਰਨਾ ਦਿੰਦੀ ਹੈ, ਲੇਕਿਨ ਉਸ ਤੋਂ ਦੂਰ ਨਹੀਂ ਰੱਖਦੀ। ਸੋ ਡੀ ਆਪਸ਼ਨ ਜਿਹੜਾ ਉਹ ਇੱਥੇ ਗਲਤ ਹੋ ਜਾਂਦਾ ਹੈ। Child writes with his or her left hand and is comfortable doing things with it. He or she should be। ਤਾਂ ਇੱਕ ਬੱਚਾ ਹੈ ਜੋ ਆਪਣੇ ਖੱਬੇ ਹੱਥ ਨਾਲ ਲਿਖਦਾ ਹੈ ਅਤੇ ਇਸ ਨਾਲ ਕੰਮ ਕਰਨ ਵਿੱਚ ਆਰਾਮਦਾਇਕ ਵੀ ਹੈ। ਉਸ ਨੂੰ ਕਰਨਾ ਚਾਹੀਦਾ ਹੈ। ਉਸ ਨੂੰ ਕੀ ਕਰਨਾ ਚਾਹੀਦਾ ਹੈ? ਫਸਟ ਏ ਉਸ ਨੂੰ ਡਿਸਕਰੇਜ ਕਰ ਦੇਣਾ ਚਾਹੀਦਾ ਹੈ, ਯਾਨੀ ਕਿ ਉਸ ਬੱਚੇ ਨੂੰ ਨਿਰਉਤਸ਼ਾਹਿਤ ਕਰ ਦੇਣਾ ਚਾਹੀਦਾ ਹੈ। ਬੀ ਆਪਸ਼ਨ ਹੈ ਮੇਡ ਟੂ ਰਾਈਟ ਵਿਦ ਦ ਲੈਫਟ ਹੈਂਡ। ਉਸ ਨੂੰ ਖੱਬੇ ਹੱਥ ਨਾਲ ਲਿਖਣ ਰਹਿਣ ਦੇਣਾ, ਯਾਨੀ ਕਿ ਉਸ ਨੂੰ ਖੱਬੇ ਹੱਥ ਨਾਲ ਹੀ ਲਿਖਦੇ ਰਹਿਣ ਦੇਣਾ ਚਾਹੀਦਾ ਹੈ। ਸੀ ਆਪਸ਼ਨ ਅਲੋ ਹਿਸ ਪ੍ਰੈਫਰੈਂਸ। ਉਸ ਦੀ ਤਰਜੀਹ ਨੂੰ ਸਹਿਮਤੀ ਦੇਣਾ ਚਾਹੀਦਾ ਹੈ। ਅਤੇ ਡੀ ਸੈਂਡ ਟੂ ਸੀਕ ਮੈਡੀਕਲ ਹੈਲਪ। ਉਸ ਨੂੰ ਕਿਸੇ ਮੈਡੀਕਲ ਸਹਾਇਤਾ ਦੇ ਲਈ ਭੇਜਣਾ ਚਾਹੀਦਾ ਹੈ। ਸੋ ਇਸ ਦਾ ਰਾਈਟ ਆਪਸ਼ਨ ਜੋ ਹੋਏਗਾ ਉਹ ਸੀ ਹੋਏਗਾ ਜੀ ਅਲੋ ਹਿਸ ਪ੍ਰੈਫਰੈਂਸ। ਜੋ ਵੀ ਉਸਦੀ ਪ੍ਰੈਫਰੈਂਸ ਹੈ, ਜੋ ਵੀ ਉਸਦੀ ਤਰਜੀਹ ਹੈ, ਉਸ ਨੂੰ ਹੀ ਸਹਿਮਤੀ ਦੇਣੀ ਚਾਹੀਦੀ ਹੈ। ਬੱਚਾ ਜਿਸ ਚੀਜ਼ ਦੇ ਵਿੱਚ ਵੀ ਆਰਾਮਦਾਇਕ ਫੀਲ ਕਰਦਾ ਉਸ ਨੂੰ ਉਸੇ ਤਰ੍ਹਾਂ ਉਹ ਕੰਮ ਕਰਨ ਦੇਣਾ ਚਾਹੀਦਾ ਹੈ। ਸੋ 14th ਦਾ ਆਪਸ਼ਨ ਜਿਹੜਾ ਉਹ ਸੀ ਸਹੀ ਹੋ ਜਾਏਗਾ। 15th ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਸਾਈਨ ਆਫ ਬੀਇੰਗ ਗਿਫਟਿਡ। ਇਹਨਾਂ ਵਿੱਚੋਂ ਕਿਹੜਾ ਐਸਾ ਚਿੰਨ੍ਹ ਹੈ ਜੋ ਗੁਣਵਾਨ ਹੋਣ ਦਾ ਚਿੰਨ੍ਹ ਨਹੀਂ ਹੈ? ਫਸਟ ਹੈ ਜੀ ਕਰਿਓਸਿਟੀ, ਬੀ ਆਪਸ਼ਨ ਕ੍ਰੀਏਟਿਵਿਟੀ, ਸੀ ਆਪਸ਼ਨ ਪੂਅਰ ਰਿਲੇਸ਼ਨਸ਼ਿਪ ਵਿਦ ਪੀਅਰਸ। ਮਤਲਬ ਉਹਨਾਂ ਦੇ ਜਿਹੜੇ ਨਾਲ ਦੇ ਜਿਹੜੇ ਬੱਚੇ ਹੁੰਦੇ ਆ ਜੀ, ਨਾਲ ਦੇ ਜੋ ਵੀ ਉਹਨਾਂ ਨਾਲ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਮਾੜੇ ਸੰਬੰਧ। ਡੀ ਆਪਸ਼ਨ ਇੰਟਰਸਟ ਇਨ ਐਕਸਟਰਾ ਰੀਡਿੰਗ, ਵਾਧੂ ਪੜ੍ਹਾਈ ਵਿੱਚ ਦਿਲਚਸਪੀ। ਤਾਂ ਇਹਨਾਂ ਵਿੱਚੋਂ ਗੁਣਵਾਨ ਹੋਣ ਦਾ ਕਿਹੜਾ ਚਿੰਨ੍ਹ ਨਹੀਂ ਹੈ? ਸੋ ਆਪਾਂ ਨੂੰ ਪਤਾ ਜੀ ਇਹਦੇ ਵਿੱਚ ਰਾਈਟ ਆਪਸ਼ਨ ਸੀ ਹੀ ਬਣੇਗਾ। ਕਰਿਓਸਿਟੀ, ਕ੍ਰੀਏਟਿਵਿਟੀ ਤੇ ਐਕਸਟਰਾ ਰੀਡਿੰਗ 'ਚ ਜਿਹੜਾ ਇੰਟਰਸਟ ਹੈ, ਤਿੰਨੋਂ ਹੀ ਗੁਣਵਾਨ ਹੋਣ ਦੇ ਚਿੰਨ੍ਹ ਨੇ, ਲੇਕਿਨ ਪੀਅਰ ਗਰੁੱਪ ਦੇ ਨਾਲ ਪੂਅਰ ਰਿਲੇਸ਼ਨਸ਼ਿਪ ਜਿਹੜਾ ਉਹ ਗੁਣਵਾਨ ਹੋਣ ਦਾ ਚਿੰਨ੍ਹ ਜਿਹੜਾ ਉਹ ਨਹੀਂ ਹੈ। ਸੋ 15 ਦਾ ਸੀ ਆਪਸ਼ਨ। 16th ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਵਾਜ਼ ਗਿਵਨ ਬਾਏ। ਤਾਂ ਸਿੰਗਲ ਫੈਕਟਰ ਥਿਊਰੀ ਇੰਟੈਲੀਜੈਂਸ ਯਾਨੀ ਕਿ ਬੁੱਧੀ ਦਾ ਸਿੰਗਲ ਫੈਕਟਰ ਸਿਧਾਂਤ ਕਿਸ ਨੇ ਦਿੱਤਾ ਹੈ? ਫਸਟ ਆਪਸ਼ਨ ਹੈ ਜੀ ਅਲਫਰਡ ਬਿਨੇ, ਬੀ ਆਪਸ਼ਨ ਹੈ ਥੋਰਨਡਾਈਕ, ਸੀ ਆਪਸ਼ਨ ਹੈ ਜੀ ਫਰੀਮੈਨ ਤੇ ਡੀ ਆਪਸ਼ਨ ਹੈ ਨਨ ਆਫ ਥੀਸ। ਸੋ ਇਸ ਦਾ ਰਾਈਟ ਆਪਸ਼ਨ ਕੀ ਬਣੇਗਾ? ਰਾਈਟ ਆਪਸ਼ਨ ਹੈਗਾ ਜੀ ਇਸਦਾ ਏ ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਜੋ ਹੈ ਅਲਫਰਡ ਬਿਨੇ ਨੇ ਦਿੱਤੀ ਸੀ। 17th ਕੁਐਸਚਨ ਹੂ ਇਜ਼ ਦਾ ਫਾਦਰ ਆਫ ਅ ਥਿਊਰੀ ਆਫ ਮਲਟੀ ਇੰਟੈਲੀਜੈਂਸ। ਜੋ ਪਹਿਲਾਂ ਆਪਾਂ ਗੱਲ ਕੀਤੀ ਉਹ ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਦੀ ਗੱਲ ਕੀਤੀ ਜੋ ਅਲਫਰਡ ਬਿਨੇ ਨੇ ਦਿੱਤੀ ਸੀ। ਨਾਓ ਕੁਐਸਚਨ ਪੁੱਛਦੇ ਜੀ 17ਵਾਂ ਕਿ ਮਲਟੀਪਲ ਇੰਟੈਲੀਜੈਂਸ ਦੀ ਥਿਊਰੀ ਜਿਹੜੀ ਆ ਉਸਦਾ ਫਾਦਰ ਕਿਸ ਨੂੰ ਮੰਨਿਆ ਜਾਂਦਾ ਹੈ? ਫਸਟ ਆਪਸ਼ਨ ਦਿੱਤਾ ਹੋਇਆ ਗਾਰਡਨਰ, ਸੈਕਿੰਡ ਆਪਸ਼ਨ ਬੀ ਆਪਸ਼ਨ ਦਿੱਤਾ ਹੋਇਆ ਵਿਗੋਤਸਕੀ, ਸੀ ਆਪਸ਼ਨ ਦਿੱਤਾ ਹੋਇਆ ਬਰੂਨਰ ਤੇ ਡੀ ਆਪਸ਼ਨ ਦਿੱਤਾ ਹੋਇਆ ਪਿਆਜੇ। ਤਾਂ 17 ਦਾ ਰਾਈਟ ਆਪਸ਼ਨ ਆਏਗਾ ਇਹ ਗਾਰਡਨਰ ਨੂੰ ਹੀ ਮਲਟੀਪਲ ਇੰਟੈਲੀਜੈਂਸ ਥਿਊਰੀ ਦਾ ਫਾਦਰ ਕਿਹਾ ਜਾਂਦਾ ਹੈ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਿਓ, ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਅਲਫਰਡ ਬਿਨੇ ਐਂਡ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਜਿਹੜਾ ਉਸਦਾ ਫਾਦਰ ਗਾਰਡਨਰ ਨੂੰ ਮੰਨਿਆ ਜਾਂਦਾ ਹੈ। 18th ਕੁਐਸਚਨ ਹੂ ਗਿਵਸ ਮੋਰ ਸਟ੍ਰੈਸ ਟੂ ਦਾ ਫਿਲੋਸਫੀ ਆਫ ਸੋਸ਼ਲ ਕੰਸਟਰਕਟਿਵਿਟਿਜ਼ਮ। ਤਾਂ ਸੋਸ਼ਲ ਕੰਸਟਰਕਟਿਵਿਟਿਜ਼ਮ ਦੀ ਫਿਲੋਸਫੀ ਤੇ ਸਭ ਤੋਂ ਵੱਧ ਜ਼ੋਰ ਜਿਹੜਾ ਉਹ ਕਿਸ ਨੇ ਦਿੱਤਾ ਸੀ? ਸਮਾਜਿਕ ਨਿਰਮਾਣਸ਼ੀਲਤਾ ਦੀ ਫਿਲਾਸਫੀ ਤੇ ਕੌਣ ਜ਼ਿਆਦਾ ਜ਼ੋਰ ਦਿੰਦਾ ਹੈ? ਫਸਟ ਆਪਸ਼ਨ ਹੈ ਜੀ ਪਿਆਜੇ, ਬੀ ਆਪਸ਼ਨ ਹੈ ਕੋਲਬਰਗ, ਸੀ ਆਪਸ਼ਨ ਹੈ ਵਿਗੋਤਸਕੀ, ਡੀ ਆਪਸ਼ਨ ਹੈ ਡਿਊਈ।
ਤਾਂ ਇਸਦਾ ਰਾਈਟ ਆਪਸ਼ਨ ਜਿਹੜਾ ਹੈ ਜੀ 18th ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਜੀ, ਅਗਰ ਕਿਸੇ ਨੇ ਕੀਤਾ ਹੋਇਆ ਤਾਂ ਵੈਗੋਟਸਕੀ ਹੀ ਜਿਹੜਾ ਇਸਦਾ ਰਾਈਟ ਆਪਸ਼ਨ ਹੈ, ਕਿਉਂਕਿ ਵੈਗੋਟਸਕੀ ਹੀ ਐਸੇ ਸਾਈਕੋਲੋਜਿਸਟ ਹੋਏ ਆ ਜੋ ਸੋਸ਼ਲ ਕੰਸਟਰਕਟਿਵਿਜ਼ਮ ਯਾਨੀ ਕਿ ਸਮਾਜ ਤੇ ਉਹ ਜ਼ਿਆਦਾ ਜ਼ੋਰ ਦਿੰਦੇ ਨੇ। ਸੋ ਇਸਦਾ ਰਾਈਟ ਆਪਸ਼ਨ ਸੀ ਆਏਗਾ। 19th ਦ ਬੈਸਟ ਪਲੇਸ ਆਫ ਸੋਸ਼ਲ ਡਿਵੈਲਪਮੈਂਟ ਫॉर ਅ 12-year-old ਚਾਈਲਡ ਇਜ਼। 12 ਸਾਲ ਦੇ ਬੱਚੇ ਲਈ ਸਮਾਜਿਕ ਵਿਕਾਸ ਦਾ ਸਭ ਤੋਂ ਵਧੀਆ ਸਥਾਨ ਕਿਹੜਾ ਹੈ? ਏ ਆਪਸ਼ਨ ਨੇਬਰਹੁੱਡ, ਬੀ ਫੈਮਿਲੀ, ਸੀ ਪਲੇਗਰਾਊਂਡ, ਡੀ ਸਕੂਲ। ਸੋ ਆਫੀਸ਼ੀਅਲ ਆਂਸਰ ਦੇ ਮੁਤਾਬਿਕ ਇਸਦਾ ਆਪਸ਼ਨ ਆਏਗਾ ਜੀ ਪਲੇਗਰਾਊਂਡ, ਕਿ ਪਲੇਗਰਾਊਂਡ ਦੇ ਵਿੱਚ ਇੱਕ 12 ਸਾਲ ਦਾ ਬੱਚਾ ਜੋ ਕਿ ਆਪਣੇ ਪੀਅਰ ਗਰੁੱਪ ਦੇ ਨਾਲ ਉੱਥੇ ਜਦੋਂ ਖੇਲਦਾ ਹੈ, ਅਲੱਗ-ਅਲੱਗ ਹੋਰ ਬੱਚਿਆਂ ਨਾਲ ਉੱਥੇ ਮਿਲ ਕੇ ਖੇਡਦਾ ਹੈ, ਤਾਂ ਉੱਥੇ ਉਹਦਾ ਸੋਸ਼ਲ ਡਿਵੈਲਪਮੈਂਟ ਜਿਹੜਾ ਹੋਰ ਵੀ ਜ਼ਿਆਦਾ ਹੁੰਦਾ ਹੈ। ਸੋ ਪਲੇਗਰਾਊਂਡ ਇੱਕ ਐਸਾ ਜਗ੍ਹਾ ਹੈਗੀ ਹੈ ਜਿੱਥੇ ਉਹ ਜ਼ਿਆਦਾ ਸੋਸ਼ਲੀ ਡਿਵੈਲਪ ਹੋਏਗਾ, ਜ਼ਿਆਦਾ ਲੋਕਾਂ ਨਾਲ ਸੋਸ਼ਲੀ ਇੰਟਰੈਕਟ ਕਰੇਗਾ, ਤਾਂ ਉਹਦੀ ਸੋਸ਼ਲ ਡਿਵੈਲਪਮੈਂਟ ਜ਼ਿਆਦਾ ਹੋਏਗੀ। ਸੋ 19th ਦਾ ਜਿਹੜਾ ਸੀ ਆਪਸ਼ਨ ਰਾਈਟ ਆਪਸ਼ਨ ਹੈ। 20th ਕੁਐਸਚਨ ਆਪਣੇ ਪਾਸ, ਸਿਲੈਕਟ ਦ ਐਡੂਕੇਬਲ ਗਰੁੱਪ ਆਫ ਦ ਸਟੂਡੈਂਟਸ ਫਰੋਮ ਦ ਫੋਲੋਇੰਗ ਗਰੁੱਪਸ ਇੰਡੀਕੇਟਿੰਗ ਡਿਫਰੈਂਟ IQ ਲੈਵਲ। ਤਾਂ ਵੱਖ-ਵੱਖ ਬੁੱਧੀ ਅੰਕ ਪੱਧਰਾਂ ਦਾ ਸੰਕੇਤ ਦੇਣ ਵਾਲੇ ਹੇਠ ਲਿਖੇ ਗਰੁੱਪਾਂ ਵਿੱਚੋਂ ਵਿਦਿਆਰਥੀਆਂ ਦਾ ਐਜੂਕੇਬਲ ਗਰੁੱਪ ਚੁਣੋ। ਤਾਂ ਐਜੂਕੇਬਲ ਗਰੁੱਪ ਜਿਹੜਾ ਕਿਹੜਾ ਹੋਏਗਾ, ਤਾਂ ਇਹਦਾ ਜਿਹੜਾ ਰਾਈਟ ਆਂਸਰ ਹੋਏਗਾ ਜੀ ਉਹ ਹੋਏਗਾ ਏ ਆਪਸ਼ਨ 50 to 70। 50 to 70 ਜਿਨ੍ਹਾਂ ਦਾ IQ ਲੈਵਲ ਹੈਗਾ ਉਹ ਜ਼ਿਆਦਾ ਐਜੂਕੇਬਲ ਗਰੁੱਪ ਇਹਦੇ ਵਿੱਚ ਮੰਨਿਆ ਗਿਆ। IQ ਸਕੋਰਸ ਆਰ ਜਨਰਲੀ ਡੈਸ਼ ਕੋਰਿਲੇਟਡ ਵਿਦ ਅਕੈਡਮਿਕ ਪਰਫਾਰਮੈਂਸ। ਫਸਟ ਹੈਗਾ ਜੀ ਲੀਸਟ, ਬੀ ਪਰਫੈਕਟਲੀ, ਸੀ ਹਾਈਲੀ, ਡੀ ਮੋਡਰੇਟਲੀ। ਤਾਂ ਇਹਦੇ ਵਿੱਚ ਹੈ ਜੀ ਬੁੱਧੀ ਅੰਕ ਸਕੋਰ ਅਕਾਦਮਿਕ ਕਾਰਗੁਜ਼ਾਰੀ ਨਾਲ ਆਮ ਤੌਰ 'ਤੇ ਸੰਬੰਧਿਤ ਹੁੰਦੇ ਹਨ। ਏ ਆਪਸ਼ਨ ਘੱਟ ਤੋਂ ਘੱਟ, ਬੀ ਪੂਰਨ ਤੌਰ 'ਤੇ, ਸੀ ਉਚੇਰੇ ਤੌਰ 'ਤੇ ਅਤੇ ਡੀ ਸੀਮਤ ਤੌਰ 'ਤੇ। ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਜੀ 21 ਦਾ ਜਿਹੜਾ ਰਾਈਟ ਆਪਸ਼ਨ ਬਣੇਗਾ ਉਹ ਬਣੇਗਾ ਸੀ ਹਾਈਲੀ। ਤਾਂ IQ ਸਕੋਰ ਜਿਹੜਾ ਹੈ ਉਹ ਅਕੈਡਮਿਕ ਪਰਫਾਰਮੈਂਸ ਦੀ ਪੜ੍ਹਾਈ ਲਿਖਾਈ ਨਾਲ, ਅਕਾਦਮਿਕ ਪਰਫਾਰਮੈਂਸ ਦੇ ਨਾਲ, ਜਿਹੜੇ ਅਕਾਦਮਿਕ ਕਾਰਗੁਜ਼ਾਰੀ ਦੇ ਨਾਲ ਬਹੁਤ ਜ਼ਿਆਦਾ ਉਚੇਰੇ ਤੌਰ 'ਤੇ ਰਿਲੇਟਡ ਹੁੰਦਾ ਹੈ। 22 ਨੇਚਰ ਆਫ ਚਿਲਡਰਨ ਆਰ ਲਾਈਕ। ਤਾਂ ਇੱਕ ਬੱਚਿਆਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ? ਏ ਆਪਸ਼ਨ ਇਮੀਟੇਟਿਵ, ਬੀ ਕੰਸਟਰਕਟਿਵ, ਸੀ ਇਮੈਜੀਨੇਟਿਵ, ਡੀ ਡਿਸਟਰਕਟਿਵ। ਪੰਜਾਬੀ ਵਿੱਚ ਏ ਅਨੁਕਰਨੀ, ਬੀ ਸਿਰਜਨਾਤਮਕ, ਸੀ ਕਲਪਨਾਤਮਕ ਅਤੇ ਡੀ ਵਿਨਾਸ਼ਕਾਰੀ। ਤਾਂ 22 ਦਾ ਜਿਹੜਾ ਰਾਈਟ ਆਂਸਰ ਹੈਗਾ ਜੀ ਉਹ ਬਣੇਗਾ ਆਪਣੇ ਪਾਸ ਏ ਇਮੀਟੇਟਿਵ, ਯਾਨੀ ਕਿ ਅਨੁਕਰਨੀ। ਬੱਚੇ ਹਮੇਸ਼ਾ ਆਪਣੇ ਵੱਡਿਆਂ ਤੋਂ ਜਾਂ ਕਿਸੇ ਦੂਸਰੇ ਨੂੰ ਕੁਝ ਵੀ ਕੰਮ ਕਰਦੇ ਦੇਖਦੇ ਆ, ਉਸਦੀ ਨਕਲ ਕਰਦੇ ਆ ਅਤੇ ਉਸੇ ਤਰ੍ਹਾਂ ਫਿਰ ਉਸ ਚੀਜ਼ ਨੂੰ ਸਿੱਖਦੇ ਨੇ। ਇਸ ਕਰਕੇ ਬੱਚਿਆਂ ਦਾ ਸੁਭਾਅ ਹਮੇਸ਼ਾ ਇਮੀਟੇਟਿਵ ਹੀ ਮੰਨਿਆ ਗਿਆ ਹੈ, ਅਨੁਕਰਨੀ ਮੰਨਿਆ ਗਿਆ ਹੈ, ਕਿਉਂਕਿ ਉਹ ਹਰ ਚੀਜ਼ ਜਿਹੜੀ ਆ ਉਹ ਦੂਸਰੇ ਤੋਂ ਅਨੁਕਰਨ ਕਰਕੇ, ਦੂਸਰੇ ਦੀ ਨਕਲ ਕਰਕੇ ਹੀ ਸਿੱਖਦੇ ਨੇ। ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਜੀ, ਕਈ ਵਾਰ ਕਈ PSET ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ। ਸੋ ਇਹ ਕੁਐਸਚਨ ਨੂੰ ਤੁਸੀਂ ਜ਼ਰੂਰ ਧਿਆਨ ਰੱਖਿਓ ਕਿ ਨੇਚਰ ਆਫ ਚਿਲਡਰਨ ਜਿਹੜਾ ਹਮੇਸ਼ਾ ਇਮੀਟੇਟਿਵ ਮੰਨਿਆ ਗਿਆ। 23rd ਕੁਐਸਚਨ ਹੈ, ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਇੰਪਲਾਈਜ਼ ਦਾ ਫੋਲੋਇੰਗ ਐਕਸੈਪਟ। ਤਾਂ ਆਪਾਂ ਪਹਿਲਾਂ ਵੀ ਕੀਤਾ ਜੀ, ਪਿੱਛੇ ਹੀ ਕੁਐਸਚਨ ਦੇਖਿਆ ਸੀ ਮਲਟੀਪਲ ਇੰਟੈਲੀਜੈਂਸ ਦੇ ਫਾਦਰ ਕਿਸ ਨੂੰ ਮੰਨਿਆ ਜਾਂਦਾ? ਗਾਰਡਨਰ ਨੂੰ ਮੰਨਿਆ ਜਾਂਦਾ ਹੈ। ਸੋ ਹੁਣ ਉਸ 'ਤੇ ਹੀ ਇੱਕ ਕੁਐਸਚਨ ਹੋਰ ਪੁੱਛਿਆ ਗਿਆ ਹੈ, ਬਹੁਭਾਸ਼ੀ ਬੁੱਧੀ ਦਾ ਸਿਧਾਂਤ ਦਾ ਅਰਥ ਹੇਠ ਲਿਖੇ ਅਨੁਸਾਰ ਹੈ। ਏ ਆਪਸ਼ਨ ਇੰਟੈਲੀਜੈਂਸ ਇਜ਼ ਅ ਡਿਸਟਿੰਕਟ ਸੈਟ ਆਫ ਪ੍ਰੋਸੈਸਿੰਗ ਆਪਰੇਸ਼ਨਸ ਯੂਜ਼ਡ ਬਾਈ ਐਨ ਇੰਡੀਵਿਜੂਅਲ ਟੂ ਸੋਲਵ ਪ੍ਰੋਬਲਮਸ। ਬੁੱਧੀ ਇੱਕ ਵਿਅਕਤੀ ਦੁਆਰਾ ਸਮੱਸਿਆ ਹੱਲ ਕਰਨ ਲਈ ਵਰਤੇ ਜਾਂਦੇ ਪ੍ਰੋਸੈਸਿੰਗ ਕਾਰਜਾਂ ਦਾ ਇੱਕ ਨਿਵੇਕਲਾ ਸੈੱਟ ਹੈ। ਬੀ ਡਿਸਿਪਲਿਨ ਸ਼ੁੱਡ ਬੀ ਪ੍ਰੈਜ਼ੈਂਟਡ ਇਨ ਅ ਨੰਬਰ ਆਫ ਵੇਜ਼। ਅਨੁਸ਼ਾਸਨ ਕਈ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸੀ ਲਰਨਿੰਗ ਕੁਡ ਬੀ ਅਸੈਸਡ ਥਰੂ ਅ ਵੈਰਾਇਟੀ ਆਫ ਮੀਨਸ। ਸਿੱਖਿਆ ਦਾ ਕਈ ਸਾਧਨਾਂ ਦੁਆਰਾ ਮੁਲਾਂਕਣ ਕੀਤਾ ਜਾ ਸਕਦਾ ਹੈ। ਡੀ ਇਮੋਸ਼ਨਲ ਇੰਟੈਲੀਜੈਂਸ ਇਜ਼ ਨੋਟ ਰਿਲੇਟਡ ਟੂ IQ। ਭਾਵਨਾਤਮਕ ਬੁੱਧੀ ਬੁੱਧੀ ਅੰਕ ਨਾਲ ਸੰਬੰਧਿਤ ਨਹੀਂ ਹੈ। ਰਾਈਟ ਆਪਸ਼ਨ ਜਿਹੜਾ ਉਹ ਡੀ ਬਣੇਗਾ। ਬਹੁਭਾਸ਼ਾਈ ਸਿਧਾਂਤ ਦੇ ਸਾਰੇ ਹੀ ਮੀਨਿੰਗ ਨੇ, ਲੇਕਿਨ ਉਹਨਾਂ ਨੇ ਐਕਸੈਪਟ ਪੁੱਛਿਆ ਸੀ, ਯਾਨੀ ਕਿ ਇਸ ਤੋਂ ਬਿਨਾਂ ਇਹ ਜਿਹੜਾ ਹੈ ਇਸਦਾ ਮੀਨਿੰਗ ਨਹੀਂ ਹੈ। ਇਮੋਸ਼ਨਲ ਇੰਟੈਲੀਜੈਂਸ ਇਜ਼ ਨੋਟ ਰਿਲੇਟਡ ਟੂ IQ, ਇਹ ਗੱਲ ਜਿਹੜੀ ਹੈ ਮਲਟੀਪਲ ਇੰਟੈਲੀਜੈਂਸ ਨਹੀਂ ਕਹਿੰਦੀ। ਬਾਕੀ ਤਿੰਨੋਂ ਹੀ ਇਸਦੇ ਮੀਨਿੰਗ ਦੇ ਅੰਦਰ ਆਉਂਦੇ ਨੇ। ਸੋ ਡੀ ਇੱਥੇ ਆਪਣਾ ਰਾਈਟ ਆਪਸ਼ਨ ਬਣ ਜਾਏਗਾ। 24th ਕੁਐਸਚਨ ਹੈ, ਅਡੋਲਸੈਂਸ ਮੇ ਐਕਸਪੀਰੀਅੰਸ। ਤਾਂ ਕਿਸ਼ੋਰਾਂ ਨੂੰ ਤਜਰਬਾ ਹੋ ਸਕਦਾ ਹੈ। ਏ ਆਪਸ਼ਨ ਫੀਲਿੰਗ ਆਫ ਸੈਲਫ ਐਕਚੁਅਲਾਈਜੇਸ਼ਨ, ਸਵੈ ਸੱਚਾਈ ਦੀ ਭਾਵਨਾ, ਬੀ ਫੀਲਿੰਗ ਆਫ ਸੈਟੀਏਸ਼ਨ ਅਬਾਊਟ ਲਾਈਫ, ਜ਼ਿੰਦਗੀ ਦੇ ਬਾਰੇ ਤ੍ਰਿਪਤੀ ਦੀ ਭਾਵਨਾ, ਐਂਗਸ਼ੀਟੀ ਐਂਡ ਕੰਸਰਨ ਅਬਾਊਟ ਦੈਮਸੈਲਵਸ, ਉਹਨਾਂ ਦੇ ਆਪਣੇ ਆਪ ਬਾਰੇ ਚਿੰਤਾ ਅਤੇ ਸੰਬੰਧ, ਅਤੇ ਡੀ ਆਪਸ਼ਨ ਹੈ ਫੀਲਿੰਗ ਆਫ ਫੀਅਰ ਅਬਾਊਟ ਸਿੰਸ ਕਮਿਟਡ ਇਨ ਚਾਈਲਡਹੁੱਡ, ਬਾਲ ਅਵਸਥਾ ਵਿੱਚ ਕੀਤੇ ਪਾਪਾਂ ਬਾਰੇ ਡਰ ਦੀ ਭਾਵਨਾ। ਸੋ 24 ਦਾ ਇੱਥੇ ਰਾਈਟ ਆਪਸ਼ਨ ਆਏਗਾ ਜੀ ਏ ਫੀਲਿੰਗ ਆਫ ਸੈਲਫ ਐਕਚੁਅਲਾਈਜੇਸ਼ਨ, ਸਵੈ ਸੱਚਾਈ ਦੀ ਭਾਵਨਾ। 25th ਕੁਐਸਚਨ ਹੈ, ਦ ਰੋ ਮਟੀਰੀਅਲ ਆਫ ਥਿੰਕਿੰਗ ਇਜ਼। ਚਿੰਤਨ ਦਾ ਕੱਚਾ ਮਾਲ ਹੈ। ਏ ਆਪਸ਼ਨ ਸਿੰਬਲਸ, ਬੀ ਮੈਂਟਿਕਸ, ਸੀ ਮੈਨ, ਡੀ ਚਾਈਲਡ। ਤਾਂ ਰੋ ਮਟੀਰੀਅਲ ਆਫ ਥਿੰਕਿੰਗ ਜਿਹੜਾ ਉਹ ਉਹਦਾ ਰਾਈਟ ਆਪਸ਼ਨ ਜਿਹੜਾ ਇਸਦਾ 25 ਦਾ ਬਣੇਗਾ ਏ, ਯਾਨੀ ਕਿ ਸਿੰਬਲਸ। ਕਿਸੇ ਵੀ ਸੋਚ ਦਾ ਜਿਹੜਾ ਰੋ ਮਟੀਰੀਅਲ ਹੈ, ਉਸਨੂੰ ਸੋਚ ਨੂੰ ਸ਼ੁਰੂਆਤ ਕਰਨ ਦੇ ਵਿੱਚ ਜੋ ਚੀਜ਼ ਕੰਮ ਕਰਦੀ ਹੈ, ਸਭ ਤੋਂ ਪਹਿਲਾਂ ਸਿੰਬਲਸ ਹੈਗੇ ਆ ਜੀ, ਚਿੰਨ੍ਹ ਹੈਗੇ ਨੇ। ਚਿੰਨ੍ਹ ਤੋਂ ਹੀ ਕੋਈ ਨਾ ਕੋਈ ਥਿੰਕਿੰਗ ਜਿਹੜੀ ਹੈ, ਚਿੰਤਨ ਜਿਹੜਾ ਉਹ ਸ਼ੁਰੂ ਹੁੰਦਾ। ਚਿੰਨ੍ਹ ਬਾਰੇ ਹੀ ਜਿਹੜਾ ਚਿੰਤਨ ਹੈ ਉਹ ਸ਼ੁਰੂ ਹੋ ਸਕਦਾ। 26th ਕੁਐਸਚਨ ਹੈ, ਵਟ ਇਜ਼ ਅ ਯੂਨਿਟ ਆਫ ਹੈਰੀਡਿਟੀ। ਵੰਸ਼ ਦੀ ਇਕਾਈ ਕੀ ਹੈ? ਏ ਹੈ ਕ੍ਰੋਮੋਜ਼ੋਮ, ਬੀ ਜੀਨ, ਸੀ ਫਰਟੀਲਾਈਜ਼ ਸੈੱਲ, ਡੀ ਜ਼ਾਈਗੋਟ। ਪੰਜਾਬੀ ਵਿੱਚ ਏ ਗੁਣਸੂਤਰ, ਬੀ ਜੀਵਾਣੂ, ਸੀ ਉਪਜਾਊ ਸ਼ੈੱਲ ਅਤੇ ਡੀ ਜ਼ੈਗੋਟ। ਸੋ ਵਟ ਇਜ਼ ਅ ਯੂਨਿਟ ਆਫ ਹੈਰੀਡਿਟੀ। ਹੈਰੀਡਿਟੀ ਦਾ ਯੂਨਿਟ ਜਿਹੜਾ ਉਹ ਜੀਨ ਨੂੰ ਮੰਨਿਆ ਗਿਆ। ਸੋ ਬੀ ਇਜ਼ ਦਾ ਰਾਈਟ ਆਂਸਰ, ਜੀਨ ਜਿਹੜਾ ਉਹ ਯੂਨਿਟ ਆਫ ਹੈਰੀਡਿਟੀ ਮੰਨੇ ਗਏ ਨੇ।
ਸੋ ਬੀ ਇਜ਼ ਦਾ ਰਾਈਟ ਆਪਸ਼ਨ। 27th ਕੁਐਸਚਨ ਹੈ ਡੈਸ਼ ਇਜ਼ ਦਾ ਰੇਸ਼ੀਓ ਆਫ ਮੈਂਟਲ ਏਜ ਟੂ ਦਾ ਕ੍ਰੋਨੋਲੋਜੀਕਲ ਏਜ ਮਲਟੀਪਲਾਈਡ ਬਾਈ 100। ਤਾਂ ਡੈਸ਼ ਮਾਨਸਿਕ ਉਮਰ ਦਾ 100 ਦੁਆਰਾ ਗੁਣਾ ਕੀਤੀ ਕਾਲਕ੍ਰਮਿਕ ਉਮਰ ਦਾ ਅਨੁਪਾਤ ਹੈ। ਮੈਂਟਲ ਏਜ ਡਿਵਾਈਡ ਬਾਈ ਕ੍ਰੋਨੋਲੋਜੀਕਲ ਏਜ ਇੰਟੂ 100 ਦਾ ਮਤਲਬ ਇਹ ਹੈਗਾ ਜੀ ਮੈਂਟਲ ਏਜ ਨੂੰ ਅਗਰ ਆਪਾਂ ਕ੍ਰੋਨੋਲੋਜੀਕਲ ਏਜ ਨਾਲ ਡਿਵਾਈਡ ਕਰਦੇ ਹਾਂ ਇੰਟੂ 100 ਕਰਦੇ ਹਾਂ ਤਾਂ ਉਹ ਕਿਸ ਚੀਜ਼ ਦੀ ਰੇਸ਼ੋ ਸਾਡੇ ਕੋਲ ਸਾਹਮਣੇ ਨਿਕਲ ਕੇ ਆਉਂਦੀ ਹੈ। ਫਸਟ ਹੈਗਾ ਜੀ ਇਮੋਸ਼ਨਲ ਕੁਐਸਚਨ ਦੀ, ਬੀ ਇੰਟੈਲੀਜੈਂਸ ਕੁਐਸਚਨ ਦੀ, ਸੀ ਬੋਥ, ਡੀ ਨਨ ਆਫ ਦੀਸ। ਪੰਜਾਬੀ ਵਿੱਚ ਇਹ ਆਪਸ਼ਨ ਹੈ ਭਾਵਨਾਤਮਕ ਅੰਕ, ਬੀ ਬੁੱਧੀ ਅੰਕ, ਸੀ ਦੋਵੇਂ, ਡੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜਦੋਂ ਵੀ ਆਪਾਂ ਮੈਂਟਲ ਏਜ ਦਾ ਕ੍ਰੋਨੋਲੋਜੀਕਲ ਏਜ ਨਾਲ ਰੇਸ਼ੋ ਦੇਖਦੇ ਹਾਂ ਇੰਟੂ 100 ਕਰਦੇ ਹਾਂ ਤਾਂ ਆਪਣੇ ਪਾਸ ਹਮੇਸ਼ਾ ਇੰਟੈਲੀਜੈਂਸ ਕੁਐਸਚਨ ਯਾਨੀ ਕਿ ਬੁੱਧੀ ਅੰਕ ਆਉਂਦਾ ਹੈ। ਇਹ ਬੁੱਧੀ ਅੰਕ ਦੀ ਹੀ ਰੇਸ਼ੋ ਹੈ। ਸੋ ਬੀ ਇਜ਼ ਦਾ ਰਾਈਟ ਆਪਸ਼ਨ। ਇਸ ਦਾ ਫਾਰਮੂਲਾ ਵੀ ਤੁਸੀਂ ਯਾਦ ਕਰ ਸਕਦੇ ਹੋ ਮੈਂਟਲ ਏਜ ਡਿਵਾਈਡ ਬਾਈ ਕ੍ਰੋਨੋਲੋਜੀਕਲ ਏਜ ਇੰਟੂ 100। 28th ਕੁਐਸਚਨ ਹੈ ਆਪਣੇ ਪਾਸ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਪ੍ਰੋਡਕਟ ਆਫ ਲਰਨਿੰਗ। ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਖਿਆ ਦੀ ਇੱਕ ਉਪਜ ਨਹੀਂ ਹੈ। ਏ ਸਕਿੱਲ, ਬੀ ਨੌਲੇਜ, ਸੀ ਮੈਚੂਰੇਸ਼ਨ, ਟੀ ਫਿਜ਼ੀਕਲ ਸਟਰਕਚਰ। ਪੰਜਾਬੀ ਵਿੱਚ ਏ ਹੁਨਰ, ਬੀ ਗਿਆਨ, ਸੀ ਪਰਿਪੱਕਤਾ, ਡੀ ਸਰੀਰਕ ਬਣਤਰ। ਤਾਂ ਸੋ ਅਗਰ ਆਪਾਂ ਆਫੀਸ਼ੀਅਲ ਆਨਸਰ ਕੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸੀ ਆਪਸ਼ਨ ਇਹਦੇ ਵਿੱਚ ਦਿੱਤਾ ਹੈ ਯਾਨੀ ਕਿ ਮੈਚੂਰੇਸ਼ਨ ਪਰਿਪੱਕਤਾ ਜਿਹੜਾ ਉਹ ਲਰਨਿੰਗ ਆਊਟਕਮ ਨਹੀਂ ਹੈ। ਇਸ ਬਾਰੇ ਅਲੱਗ-ਅਲੱਗ ਥਿਊਰੀਆਂ ਨੇ। ਕੋਈ ਕਹਿੰਦਾ ਜੀ ਮੈਚੂਰੇਸ਼ਨ ਦੇ ਨਾਲ ਯਾਨੀ ਕਿ ਮੈਚਿਓਰਿਟੀ ਦੇ ਨਾਲ ਲਰਨਿੰਗ ਹੁੰਦੀ ਹੈ, ਸਿੱਖਦਾ ਹੈ। ਕੋਈ ਕਹਿੰਦਾ ਜੀ ਸਿੱਖਣ ਦੇ ਨਾਲ ਲਰਨਿੰਗ ਦੇ ਨਾਲ ਫਿਰ ਮੈਚਿਓਰਿਟੀ ਆਉਂਦੀ ਹੈ। ਸੋ ਇਹਦੇ ਰਿਗਾਰਡਿੰਗ ਅਲੱਗ-ਅਲੱਗ ਥਿਊਰੀਜ਼ ਨੇ। ਸੋ ਇੱਥੇ ਇਹਨਾਂ ਨੇ ਮੰਨਿਆ ਹੈਗਾ ਕਿ ਮੈਚੂਰੇਸ਼ਨ ਜੋ ਹੈ ਇਜ਼ ਨੋਟ ਅ ਪ੍ਰੋਡਕਟ ਆਫ ਲਰਨਿੰਗ। ਹਾਲਾਂਕਿ ਇਹਦੇ ਵਿੱਚ ਇੱਕ ਆਪਸ਼ਨ ਫਿਜ਼ੀਕਲ ਸਟਰਕਚਰ ਵੀ ਦਿੱਤਾ ਹੋਇਆ ਜੋ ਕਿ ਸਰੀਰਕ ਬਣਤਰ ਹੈ। ਕੁਝ ਹਿੱਸੇ ਤੱਕ ਕੁਝ ਹੱਦ ਤੱਕ ਫਿਜ਼ੀਕਲ ਸਟਰਕਚਰ ਵੀ ਜਿਹੜਾ ਇਸਦਾ ਰਾਈਟ ਆਨਸਰ ਬਣਦਾ ਹੈ ਕਿ ਸਰੀਰਕ ਬਣਤਰ ਇਜ਼ ਆਲਸੋ ਨੋਟ ਅ ਪ੍ਰੋਡਕਟ ਆਫ ਲਰਨਿੰਗ। ਲੇਕਿਨ ਅਗਰ ਆਪਾਂ ਆਫੀਸ਼ੀਅਲ ਆਨਸਰ ਕਿਹਦੇ ਨਾਲ ਜਾਈਏ ਤਾਂ ਮੈਚੂਰੇਸ਼ਨ ਉਹਨਾਂ ਨੇ ਇਸਦਾ ਆਨਸਰ ਦਿੱਤਾ। 29th ਹੈਗਾ ਜੀ ਵਟ ਇਜ਼ ਮੈਂਟ ਬਾਈ ਸਕੀਮਾ। ਸਕੀਮਾ ਕੀ ਹੁੰਦਾ ਹੈ। ਕਿਸੇ ਨੇ ਪਿਆਜੇ ਥਿਊਰੀ ਪੜ੍ਹੀ ਉਹਨਾਂ ਨੂੰ ਪਤਾ ਹੋਏਗਾ ਜੀ ਕਿ ਸਕੀਮਾ ਕਿਸ ਦੀ ਗੱਲ ਕੀਤੀ ਗਈ ਹੈ। ਇਹ ਤਾਂ ਯੋਜਨਾ ਤੋਂ ਤੁਹਾਡਾ ਕੀ ਭਾਵ ਹੈ। ਇਹ ਹੈਗਾ ਜੀ ਚੰਕਿੰਗ ਮੈਕੈਨਿਜ਼ਮਸ, ਚੰਕਿੰਗ ਬਣਤਰ, ਬੀ ਲਰਨਿੰਗ ਟੈਕਨੀਕਸ ਤਕਨੀਕ ਸਿੱਖਣਾ, ਸੀ ਆਰਗੇਨਾਈਜ਼ਡ ਪੈਕੇਟਸ ਆਫ ਇਨਫੋਰਮੇਸ਼ਨ ਸਟੋਰਡ ਇਨ ਅ ਲੌਂਗ ਟਰਮ ਮੈਮੋਰੀ ਦੀਰਘਕਾਲੀਨ ਯਾਦਾਸ਼ਤ ਵਿੱਚ ਸਟੋਰ ਕੀਤੇ ਸੂਚਨਾ ਦੇ ਸੰਗਠਿਤ ਪੈਕੇਟ, ਡੀ ਹੈਗਾ ਡਿਫੈਂਸ ਮੈਕੈਨਿਜ਼ਮ ਸੁਰੱਖਿਆ ਬਣਤਰ। ਤਾਂ ਇਸਦਾ ਰਾਈਟ ਆਪਸ਼ਨ ਆਏਗਾ ਜੀ ਸੀ ਆਰਗੇਨਾਈਜ਼ਡ ਪੈਕੇਟ ਆਫ ਇਨਫੋਰਮੇਸ਼ਨ ਸਟੋਰਡ ਇਨ ਅ ਲੌਂਗ ਟਰਮ ਮੈਮਰੀ। ਜਦੋਂ ਆਪਾਂ ਆਪਣੀ ਦੀਰਘਕਾਲੀਨ ਯਾਦਾਸ਼ਤ ਦੇ ਵਿੱਚ ਕੋਈ ਇਨਫੋਰਮੇਸ਼ਨ ਸਟੋਰ ਕਰ ਲੈਂਦੇ ਹਾਂ ਤਾਂ ਉਹ ਸਟੋਰ ਹੋਈ ਇਨਫੋਰਮੇਸ਼ਨ ਜਿਹੜੀ ਹੈ ਉਸਦੇ ਪੈਕੇਟਸ ਨੂੰ ਯਾਨੀ ਕਿ ਉਸਦੇ ਬਲੋਕਸ ਨੂੰ ਉਸਦੇ ਬਿਲਡਿੰਗ ਬਲੋਕਸ ਨੂੰ ਆਪਾਂ ਸਕੀਮਾ ਕਹਿੰਦੇ ਹਾਂ। ਪਿਆਜੇ ਦੀ ਥਿਊਰੀ ਦੇ ਵਿੱਚ ਸਕੀਮਾ ਨੂੰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਗਿਆ। ਆਪਣੇ ਪਾਸ 30th ਕੁਐਸਚਨ ਆ ਜਾਂਦਾ ਸਮੋਲੈਸਟ ਯੂਨਿਟ ਆਫ ਮੀਨਿੰਗ ਇਨ ਅ ਲੈਂਗੁਏਜ ਇਜ਼। ਇੱਕ ਭਾਸ਼ਾ ਵਿੱਚ ਅਰਥ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ। ਏ ਸਿੰਟੈਕਸ ਜਿਹਨੂੰ ਆਪਾਂ ਵਾਕ ਰਚਨਾ ਕਹਿੰਦੇ ਹਾਂ, ਬੀ ਮੋਰਫਿਮ, ਬੀ ਰੂਪੀਮ, ਸੀ ਪ੍ਰੈਗਮੈਟਿਕਸ ਵਿਵਹਾਰਮੂਲਕ, ਫੋਨੀਮ, ਧੁਨੀਮ। ਤਾਂ ਇਸਦਾ ਰਾਈਟ ਆਪਸ਼ਨ ਕੀ ਹੈਗਾ ਜੀ। ਇਸਦਾ ਰਾਈਟ ਆਪਸ਼ਨ ਜਿਹੜਾ ਉਹ ਬੀ ਹੈਗਾ ਮੋਰਫਿਮ। ਮੋਰਫਿਮ ਯਾਨੀ ਕਿ ਰੂਪੀਮ ਇਜ਼ ਦੀ ਸਮੋਲੈਸਟ ਯੂਨਿਟ ਆਫ ਮੀਨਿੰਗ ਇਨ ਅ ਲੈਂਗੁਏਜ ਹੈਗਾ। ਮੋਰਫਿਮ ਨੂੰ ਸਭ ਤੋਂ ਛੋਟੀ ਇਕਾਈ ਜਿਹੜੀ ਆ ਉਹ ਮੰਨੀ ਗਈ ਹੈ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ, ਭਾਸ਼ਾ ਵਿੱਚ ਅਰਥ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਆ ਮੋਰਫਿਮ ਨੂੰ ਮੰਨੀ ਗਈ ਹੈ। ਬੀ ਇਜ਼ ਦਾ ਰਾਈਟ ਆਪਸ਼ਨ। ਸੋ ਇਹ ਸੀਗੇ ਜੀ ਸਾਈਕੋਲੋਜੀ ਦੇ ਜਿਹੜੇ ਹੈ 30 ਕੁਐਸਚਨ ਜੋ ਇਸ ਪੇਪਰ ਦੇ ਵਿੱਚ ਆਏ ਸੀ। ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਦੀ ਜਿਹੜੀ ਹੈਗੀ ਆ ਉਹ ਪੂਰੀ ਸੀਰੀਜ਼ ਆਪਾਂ ਸ਼ੁਰੂ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਪ੍ਰੀਵੀਅਸ ਈਅਰ ਪੇਪਰਸ ਨੂੰ ਜਿਹੜਾ ਉਹ ਸੋਲਵ ਕਰਾਂਗੇ। ਉਹਦੇ ਵਿੱਚ ਆਪਾਂ ਸਾਈਕੋਲੋਜੀਕਲ ਪਾਰਟ ਜਿਹੜਾ ਉਸ ਨੂੰ ਆਪਾਂ ਸੋਲਵ ਕਰ ਲਿਆ ਹੈ। 30 ਕੁਐਸਚਨ ਆਪਾਂ ਬਾਇਲਿੰਗੁਅਲ ਯਾਨੀ ਇੰਗਲਿਸ਼ ਔਰ ਪੰਜਾਬੀ ਦੋਨਾਂ ਦੇ ਵਿੱਚ ਦੇਖੇ।